ਲੈ ਵੀ ਵੀਰ ਸਰੋਤਾ ਜਨੋ, ਬੇਨਤੀ ਸੁਣਨੀ ਪਹਿਲੇ ਵੀ ਤੁਸੀਂ ਕਹਾਣੀਆਂ ਤਾਂ ਮੇਰੀਆਂ ਬਹੁਤ ਸੁਣ ਲੀਆਂ। ਅੱਜ ਤੁਹਾਨੂੰ ਕਿਸੇ ਹੋਰ ਤਰੀਕੇ ਦੀ ਕਹਾਣੀ ਸੁਣਾਵਾਂਗੇ, ਪਰ ਸਭ ਤੋਂ ਪਹਿਲੇ ਪਿਆਰ ਭਰੀ ਪ੍ਰਣਾਮ ਸਵੀਕਾਰ ਹੋਵੇ। ਫਿਰ ਉਦੋਂ ਬਾਅਦ ਜਿਹੜੀ ਗੁਰੂਆਂ ਦੀ ਬਖਸ਼ੀ ਆਵਾਜ਼, ਜਿਹੜੇ ਸਾਡੀ ਜੀਵਨ ਦਾ ਕਸਵੱਟੀ ਹੈ, ਉਹ ਤੁਸੀਂ ਗੱਜ ਕੇ ਸੰਗਤਾਂ ਨੇ ਬੋਲਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੈ ਸਰੋਤੇ ਜਨੋ, ਅੱਜ ਤੁਹਾਡੀ ਆਗਿਆ ਦੇ ਵਿੱਚ ਫਿਰ ਇਹ ਬੱਚੇ ਆਏ ਨੇ। ਇਹਨਾਂ ਬੱਚਿਆਂ ਦਾ ਵੀ ਸ਼ੌਂਕ ਪੂਰਾ ਅਤੇ ਤੁਹਾਡਾ ਵੀ ਸ਼ੌਂਕ ਪੂਰਾ। ਅਤੇ ਤੁਹਾਨੂੰ ਪਤਾ ਲੱਗੇ, ਕਈ ਵਾਰੀ ਮੈਂ ਬੇਨਤੀ ਕਰਤੀ ਹੈ ਵੀ ਜੇ ਤਾਂ ਮੇਰੀ ਕਥਾ ਨੂੰ ਤੁਸੀਂ ਆਮ ਖਾਸ ਕਰਕੇ ਹੀ ਸੁਣੋਗੇ, ਫਿਰ ਤਾਂ ਉਹਦੇ 'ਚ ਤੁਹਾਨੂੰ ਥੋੜ੍ਹਾ ਬਹੁਤਾ ਮਿਲ ਜੇ, ਭੋਰਾ ਤਾਂ ਮਿਲ ਜੇ, ਅਤੇ ਨਹੀਂ ਤਾਂ ਫਿਰ ਬਸ ਪੜ ਗੱਡੇ ਲੱਡੀਏ, ਪੜ ਪਾਈਏ ਮਾਨ, ਨਹੀਂ ਤਾਂ ਫਿਰ ਉਹੀ ਕਹਾਣੀ ਹੈ। ਅੱਜ ਹੁਣ ਮੈਂ ਸੰਸਾਰ ਦੇ ਮੁੱਢ 'ਚੋਂ ਤੁਹਾਨੂੰ ਕੋਈ ਕਹਾਣੀ ਕਹਿਣ ਲੱਗੀ। ਭਗਵਾਨ ਦੀ ਜਦੋਂ ਇੱਛਾ ਹੋਈ ਕਿ ਮੈਂ ਸੰਸਾਰ ਰਚਾਂ, ਸਭ ਤੋਂ ਪਹਿਲਾਂ ਭਗਵਾਨ ਨੇ ਸ਼ੀਰ ਸਮੁੰਦਰ ਦੇ ਵਿੱਚੋਂ ਆਪਣੀ ਨਾਭੀ ਦੇ ਵਿੱਚੋਂ ਕਮਲ ਪੈਦਾ ਕਰੇ। ਉਸ ਕਮਲ ਦੇ ਵਿੱਚ ਗਾਹਾਂ ਬ੍ਰਹਮਾ ਜੀ ਨੂੰ ਪੈਦਾ ਕਰਿਆ। ਬ੍ਰਹਮਾ ਜੀ ਉਹ ਕਮਲ 'ਤੇ ਆ ਕੇ ਬੈਠ ਗਏ। ਚਾਰ ਚੁਫੇਰੇ ਝਾਕਦੇ ਨੇ ਜਲ ਹੀ ਜਲ, ਵੀ ਮੈਂ ਹੁਣ ਕੀ ਕਰਾਂ। ਮਨ 'ਚੋਂ ਬਲਬਲੇ ਉੱਠਦੇ ਨੇ, ਪਰ ਕਹਿੰਦਾ ਮਨਾ ਕੁਛਾ ਉੱਡ ਨਹੀਂ ਰਹੀ। ਉਹਨੇ ਸੋਚਿਆ ਬ੍ਰਹਮਾ ਨੇ ਵੀ ਆਪਾਂ ਇਹ ਫੁੱਲ ਹੈ ਜਿੱਥੋਂ ਆਇਆ, ਆਪਾਂ ਉੱਥੇ ਨੂੰ ਚੱਲ, ਇਹਦੇ ਨਾਲ ਚ ਉੱਤਰ ਚੱਲ, ਆਪਾਂ ਇਸੇ ਰਾਹੀਂ ਆਏ ਹਾਂ। ਸੈਂਕੜੇ ਹਜ਼ਾਰਾਂ ਸਾਲ ਫਿਰਦਾ ਰਿਹਾ ਨਾਭੀ ਜੀ, ਉਹਨੂੰ ਥਾਂ ਟਿਕਾਣਾ ਨਹੀਂ ਤੇ ਆਇਆ। ਮੁੜ ਕੇ ਆ ਕੇ ਉਸੇ ਫੁੱਲ 'ਤੇ ਫੇਰ ਬੈਠ ਗਿਆ। ਫੇਰ ਬੈਠ ਗਿਆ ਤਾਂ ਭਗਵਾਨ ਨੇ ਆਕਾਸ਼ਬਾਣੀ ਦਿੱਤੀ कि है ब्रह्मा पहले तप कर, तप करने से फिर तेन पता लगू जेड़े काम के खातर तू आए। ब्रह्मा जी ने सैकड़ों वरा तप किया उसे फुल ते बैठ के। वो तप करते करते फिर भगवान ने इशारा दिता भी पृथ्वी की रचना कर, संसार की रचना कर, तू रचनहार है। ब्रह्मा नूं आग्या हुई तो ब्रह्मा ने सोचा भी आप पहले की करिए। उन्होंने पहले आदि ऋषियों याद किया। आदि ऋषि कहने ने, पहला ऋषि नारद, दूसरा अंगद अंगराजी। ये दोहां ऋषियों पैदा करे कि जाओ बेटा तप करो। वो भी तप करने वागे, पर दो ही वो लागे आपकी खेड च। उन्होंने काहनूं संसार करनी उन्होंने। फिर ब्रह्मा जी ने 10 पुत्र पैदा करे। वो मानसिक सृष्टि जिहड़ी है 10 पुत्रां नूं पैदा करे। 10 वो जंगलों नूं तोड़ ते भी तप करो, फिर सृष्टि रचो। ਉਹਦੇ ਵਿੱਚੋਂ फिर वो नारद ने वो भी बिगाड़ते। कहना की फायदा एवें गुल्ली डंडे खेड के, इधर आओ तप ही करो, परमात्मा नूं मिलांगे। फिर ब्रह्मा जी क्रोध हो गए भी ये बड़े पतंदर लगे। ब्रह्मा जी के क्रोध के विच फिर ਉਹਦੇ मत्थे की भिरकुटी के विचों शिव जी पैदा होया। शिव जी पैदा होए, कहते हाँ सानू की आ गया, कहना सृष्टि रचो। महादेव जी सृष्टि लगे रचन। उन्होंने भूत प्रेत जिन्न खबीस इहो ਜਿਹੇ मखियाल दियां मक्खियां सर्प ਇਹੋ ਜਿਹਾ कुछ रचना शुरू करता। वो ब्रह्मा नूं खाण वास्ते भजे। वो कहता रज्या मैं तेरी यही जी सृष्टि तो, इनू आपदी नाल ही ले जा, क्लास ते जा, उत्थे ऋषियां नूं पैदा कर जेड़े सृष्टि पैदा करन। वो उत्थे चले गए, वो आपदी खेल चला गया। भोलानाथ उहदा नां थी गई। वो आपदियां खेलां 'च लग्या ते ब्रह्मा ने सोचा भी मैं हुण की करां। फिर इन्हें 4 पुत्र होर पैदा करे ब्रह्मा जी ने। संत सनंदन, संत कुमार, ये 4 पुत्रां नूं पैदा किया। वो चारे पुत्र जो पैदा होए,
ਉਹ ਮਨ ਦੀ ਸ੍ਰਿਸ਼ਟੀ ਸੀ, ਉਹ ਬ੍ਰਹਮਾ ਦੀ। ਪਹਿਲੇ ਗ੍ਰਸਤ ਦੀ ਸ੍ਰਿਸ਼ਟੀ ਨਹੀਂ ਸੀ, ਉਹ ਮਾਨਸਿਕ ਸ੍ਰਿਸ਼ਟੀ ਹੈ ਜਿਹੜੀ ਉਹ ਮਨ ਦੀ ਕਿਹਾ ਜਾਂਦਾ। ਉਹ ਚਾਰੇ ਪੁੱਤਰਾਂ ਨੂੰ ਦੇਖ ਕੇ ਬ੍ਰਹਮਾ ਜੀ ਬੜੇ ਖੁਸ਼ ਹੋਏ, ਇੱਕੋ ਜਿਹੇ ਘੋਨੂ ਮੋਨੂ ਜੀ ਰੂਪ ਉਹਨਾਂ ਦੇ। ਬ੍ਰਹਮਾ ਜੀ ਕਹਿਣ ਲੱਗਾ ਵੀ ਪੁੱਤਰੋ ਮੈਂ ਤੁਹਾਡੇ ਤੇ ਬੜਾ ਖੁਸ਼ ਹਾਂ, ਵੀ ਮੰਗੋ ਜਿਹੜਾ ਕੁਛ ਮੰਗਦੇ। ਉਹ ਕਹਿੰਦੇ ਮਹਾਰਾਜ ਜੇ ਪਿਤਾ ਜੀ ਤੁਸੀਂ ਖੁਸ਼ ਹੋ, ਸਾਨੂੰ ਤਾਂ ਉਮਰ ਹੀ ਸਾਡੀ 5-5 ਸਾਲ ਦੀ ਰਹੇ, ਨਾ ਤਾਂ ਮਹੀਨਾ ਵੱਧ ਹੋਵੇ ਤੇ ਨਾ ਮਹੀਨਾ ਘੱਟ ਰਹੇ, ਸਦਾ ਵਾਸਤੇ ਅਸੀਂ 5-5 ਮਹੀਨੇ 5-5 ਸਾਲ ਦੀ ਰਹੀਏ। ਬ੍ਰਹਮਾ ਜੀ ਕਹਿੰਦੇ ਤਥਾਸਤੂ। ਕਹਿੰਦਾ ਇਹ ਵੀ ਨਿਕਲ ਗਏ ਹੱਥ ਚੋਂ, ਇਹ ਵੀ ਕਿਸੇ ਪਾਸੇ ਹੋਰ ਹੀ ਜਾਣਗੇ। ਉਹ ਚਾਰੇ ਰਿਸ਼ੀ ਜਿਹੜੇ ਬ੍ਰਹਮਾ ਦੇ ਮਾਨਸਿਕ ਸ੍ਰਿਸ਼ਟੀ ਸੀ, ਉਹਨਾਂ ਨੇ ਫਿਰ ਵਿਚਰਨਾ ਸ਼ੁਰੂ ਕਰਤਾ ਸੰਸਾਰ ਦੇ ਵਿੱਚ, ਕਦੇ ਕਿਤੇ ਕਦੇ ਕਿਤੇ ਕਦੇ ਕਦੇ ਦੇਵ ਲੋਕ, ਕਦੇ ਇੰਦਰਾ ਲੋਕ, ਕਦੇ ਆਪਣਾ ਕਿਸੇ ਕਮੇਰ ਦੀ ਪੂਰੀ, ਕਦੇ ਟਾਪੂਆਂ 'ਚ ਲਾਗੇ ਸੈਰ ਕਰਨ। ਉਹ ਸੈਰ ਕਰਦੇ ਕਰਦੇ ਇਹਨੇ ਬ੍ਰਹਮਾ ਜੀ ਨੂੰ, ਫਿਰ ਬ੍ਰਹਮਾ ਨੇ ਸੋਚਿਆ ਵੀ ਇਹ ਵੀ ਗਲਤੀ ਹੋ ਗਿਆ ਕੰਮ, ਆਪਾਂ ਤਾਂ ਜਿਹੜੀ ਕੰਮ ਕਰੇ। ਫਿਰ ਇਹਨੇ ਦੋ ਨੂੰ ਜਨਮ ਦਿੱਤਾ, ਖੱਬੀ ਭੁਜਾ ਚੋਂ ਤਾਂ ਇਸਤਰੀ, ਸੱਜੀ ਚੋਂ ਮਨੁੱਖ, ਜਿਹਦਾ ਨਾਮ ਸਵੈੰਭਵ ਨੂੰ ਸੱਤ ਰੂਪ ਆ। ਇਹਨਾਂ ਨੂੰ ਦੋਹਾਂ ਨੂੰ ਕਹਿੰਦੇ ਹਾਂ ਪਿਤਾ ਜੀ ਸਾਡੇ ਲਈ ਕੀ ਆਗਿਆ? ਕਹਿੰਦਾ ਪੁੱਤਰ ਪਹਿਲੇ ਤਾਂ ਕਰੋ ਤਪ, ਉਦੋਂ ਬਾਅਦ ਫਿਰ ਸ੍ਰਿਸ਼ਟੀ ਨੂੰ ਉਤਪੰਨ ਕਰੋ। ਉਹਨਾਂ ਨੇ ਸੈਂਕੜੋਂ ਵਰ੍ਹੇ ਤਪ ਕੀਤਾ ਦੋਹਾਂ ਜੀਆਂ ਨੇ। ਤਪ ਕਰਕੇ ਤੇ ਭਗਵਾਨ ਨੂੰ ਪ੍ਰਸੰਨ ਕੀਤਾ। ਆ ਕੇ ਫਿਰ ਸ੍ਰਿਸ਼ਟੀ ਰਚਣ ਲੱਗੇ, ਮੈਥਨੀ ਸ੍ਰਿਸ਼ਟੀ ਚੱਲ ਪਈ। ਫਿਰ ਉੱਥੋਂ ਉਹਨਾਂ ਨੇ ਦੋ ਪੁੱਤਰ ਪੈਦਾ ਉਹਨਾਂ ਨੇ ਕਰੇ, ਇੱਕ ਦਾ ਨਾਮ ਪ੍ਰਿਆਵਰਤ, ਇੱਕ ਦਾ ਨਾਮ ਉਤਾਨਪਾਦ। ਦੋ ਪੁੱਤਰਾਂ ਨੂੰ ਪੈਦਾ ਕਰਿਆ। ਦੋਵੇਂ ਪੁੱਤਰਾਂ ਨੂੰ ਬੜੇ ਬਲਵਾਨ, ਬੜੇ ਤੇਜਸਵੀ। ਜਿਹੜਾ ਵੱਡਾ ਪੁੱਤਰ ਸੀ ਸੱਤੇ ਧਰਤੀਆਂ ਦੇ ਉੱਤੇ ਰਾਜ ਕਰ ਗਿਆ, 7 ਦੀਪਾਂ ਦੇ ਉੱਤੇ, ਇਤਨਾ ਵੱਡਾ ਰਾਜ। ਉਹ ਪ੍ਰਿਆਵਰਤ ਦਾ ਸੀ। ਛੋਟਾ ਭਰਾ ਸੀ ਉਤਾਨਪਾਦ। ਉਤਾਨਪਾਦ ਨੂੰ ਸੋਚਿਆ ਉਹਨੇ ਵੀ ਇਹ ਵੀ ਮੇਰਾ ਭਰਾ ਹੈ, ਇਹ ਵੀ ਵਿਹਲਾ ਨਾ ਫਿਰੇ, ਆਪਾਂ ਇੱਕ ਦੇਸ਼ ਦਾ ਰਾਜ ਇਹਨੂੰ ਦੇ ਦਿਓ। ਉਹਨੇ ਆਪਦੇ ਉਹ ਛੋਟੇ ਭਰਾ ਨੂੰ ਇੱਕ ਦੇਸ਼ ਦਾ ਰਾਜਾ ਬਣਾਤਾ। ਲੈ ਵੀਰ ਤੂੰ ਇਸ ਦੇਸ਼ ਦਾ ਰਾਜਾ ਹੈ, ਰਾਜਨੀਤੀ ਕਰਨੀ ਹੈ, ਕੋਈ ਤੂੰ ਕਸਾਈਪਣਾ ਨਹੀਂ ਕਰਨਾ। ਦੇਖੀ ਦੁਨੀਆ ਦੇ ਗੱਲ ਤਿਆਰਾ ਧਰ ਲੈ, ਦੁਨੀਆ ਨੂੰ ਪੁੱਤਰ ਦੇ ਸਮਾਨ ਸਮਝ ਕੇ ਪਾਲਣਾ ਕਰੀ। ਕਹਿੰਦਾ ਬਹੁਤ ਅੱਛਾ ਜੀ। ਉਤਾਨਪਾਦ ਦੇ ਗਾਹਾਂ 2 ਇਸਤਰੀਆਂ ਹੋਈਆਂ, ਇੱਕ ਦਾ ਨਾਮ ਸੁਨੀਤੀ, ਦੂਜੀ ਦਾ ਨਾਮ ਸੁਰੁਚੀ। ਇਹ 2 ਪੈਦਾ ਹੋਈਆਂ, ਦੋਹਾਂ ਦੀ ਆਪਸ ਵਿੱਚ ਐ ਹੋ ਗਈ, ਟੱਕਰ ਲੱਗ ਗਈ। ਜਿਹੜੀ ਸੁਨੀਤੀ ਸੀ ਉਹ ਕੁਛ ਨਰਮ ਸੁਭਾਅ ਦੀ ਸੀ, ਜਿਹੜੀ ਸੁਰੁਚੀ ਸੀ ਉਹ ਕੰਟਕ ਸੁਭਾਅ ਦੀ ਸੀ। ਉਹ ਦੋਵੇਂ ਇਸਤਰੀਆਂ ਦਾ ਆਪਸ ਵਿੱਚ ਝਗੜਾ ਰਿਹਾ ਕਰੇ, ਤੇ ਬਾਦਸ਼ਾਹ ਛੋਟੀ ਤੇ ਖੁਸ਼ ਜ਼ਿਆਦੇ ਸੀ, ਵੱਡੀ ਤੇ ਵੱਡੀ ਸਧਾਰਨ ਜੀ ਸੀ। ਉਹ ਇਹ ਸੋਚ ਕੇ ਵੀ ਆਪਾਂ ਤਾਂ ਝਗੜੇ 'ਚ ਪੈ ਗਏ, ਇਹਨਾਂ ਦਾ ਨਿਰਵਾਹ ਕਿਵੇਂ ਹੋਵੇ। ਉਹ ਸੁਰੂਚੀ ਦੇ ਅੰਗੀਕਾਰ ਹੋ ਗਿਆ, ਬਸੀਭੂਤ ਹੋ ਗਿਆ, ਛੋਟੀ ਰਾਣੀ ਦੀ ਮੋਹ 'ਚ ਲਿਪਤ ਹੋ ਗਿਆ। ਉਹਨੂੰ ਪੁੱਛਦਾ ਹੈ, ਕਹਿੰਦਾ ਤੂੰ ਹੁਣ ਇਹ ਕਲੇਸ਼ ਤਾਂ ਤੁਸੀਂ ਰੱਖਦੀ ਹੋ, ਤੁਹਾਡਾ ਕਲੇਸ਼ ਮੈਨੂੰ ਐਂ ਦੱਸਦੇ ਵੀ ਨਿਬੜੇ ਕਿਵੇਂ? ਤੁਸੀਂ ਤਾਂ ਮੈਂ ਵੀ ਦੁਖੀ ਕਰਤਾ, ਮੈਂ ਰਾਜ ਕਰਾਂ ਕਿ ਤੁਹਾਨੂੰ ਸਭ? ਉਹ ਕਹਿੰਦੀ ਚੰਗਾ ਫਿਰ ਜੇ ਤੈਨੂੰ ਮੈਂ ਤਰੀਕਾ ਦੱਸ ਦੇਣੀ ਹੈ। ਕਹਿੰਦਾ ਦੱਸ। ਕਹਿੰਦੀ ਮੈਂ ਤਾਂ ਰਹੂੰ ਤੇਰੇ ਮਹਿਲਾਂ 'ਚ, ਇੱਥੇ ਇਹਨੂੰ ਜੰਗਲ ਦੇ ਵਿੱਚ ਕੋਠੀ ਪਾ ਦੇ, ਬਾਹਰ ਸ਼ਹਿਰ ਤੋਂ। ਉਹ ਕਹਿੰਦਾ ਵੀ ਚੱਲ ਇਹ ਕਰ ਦਿੰਦੇ ਹਾਂ, ਫਿਰ ਤਾਂ ਨਹੀਂ ਕਲੇਸ਼ ਕਰਦੀਆਂ। ਕਹਿੰਦੀ ਫਿਰ ਕਰਾਂਗੇ ਕਾਹਤੋਂ, ਇਹ ਉੱਥੇ ਰਹੂ ਮੈਂ ਇੱਥੇ ਰਹੂੰ। ਚੱਲ ਕਹਿੰਦਾ ਠੀਕ ਹੈ। ਉਹਨੇ ਕੋਠੀ ਜੰਗਲ 'ਚ ਪਵਾਤੀ, ਉਹਦੀ ਜੰਗਲ ਦੇ ਵਿੱਚ ਰਹਿਣ ਲੱਗ ਗਈ। ਪਹਿਰੇ ਲਾਤੇ ਕੋਠੀ 'ਤੇ, ਸਾਰਾ ਇੰਤਜ਼ਾਮ ਕਰਤਾ, ਖਾਣ ਦਾ ਪਾਣ ਦਾ, ਹੋਰ ਸਾਰੇ ਕਾਸੇ ਦਾ, ਜੋ ਕਬੀਲਦਾਰੀ ਦਾ ਢਾਂਚਾ ਸੀ। ਸਖੀਆਂ ਸ਼ਰਤੀਆਂ ਉਹਦੇ ਕੋਲ, ਸਹੇਲੀਆਂ ਸ਼ਰਤੀਆਂ ਉਹਦੇ ਕੋਲ ਟਹਿਲ ਵਾਸਤੇ।
ਤਾਂ ਇੱਕ ਦਿਨ ਰਾਜਾ ਸ਼ਿਕਾਰ ਖੇਡਣ ਵਗ ਗਿਆ। ਸ਼ਿਕਾਰ ਖੇਲਦਾ ਖੇਲਦਾ ਦੂਰ ਨਿਕਲ ਗਿਆ। ਉੱਥੋਂ ਜਦੋਂ ਵਾਪਸ ਹੋਇਆ ਉਹਨੇ ਕਿਹਾ ਵੀ ਆਪਣਾ ਤਾਂ ਸ਼ਹਿਰ ਬਹੁਤ ਦੂਰ ਰਹਿ ਗਿਆ, ਹੁਣ ਕਿਵੇਂ ਕਰੀਏ? ਉੱਤੋਂ ਰਾਤ ਪੈ ਗਈ, ਆਪਾਂ ਤਾਂ ਸ਼ਿਕਾਰ ਦੇ ਲਾਲਚ ਇੱਧਰ ਹੀ ਤੁਰੇ, ਪਿੱਛੇ ਵਾਲਾ ਦਾ ਖਿਆਲ ਹੀ ਛੱਡਤਾ। ਉਹ ਪਛਾੜੀ ਮੁੜ ਪਿਆ ਤਾਂ ਉਹਨੂੰ ਬਹੁਤ ਵੱਡੀ ਰਾਤ ਹੋ ਗਈ। ਜਦੋਂ ਰਾਤ ਹੋਈ ਤਾਂ ਮੂਹਰੇ ਉਹ ਰਾਣੀ ਦਾ ਮਹਿਲ ਹੀ ਆ ਗਿਆ, ਸੁਨੀਤਾ ਦਾ। ਉਹ ਸੁਨੀਤਾ ਦੇ ਕੋਲੇ ਉਹਨੇ ਕਿਹਾ ਵੀ ਚੱਲ ਆਪਾਂ ਹੁਣ ਸੁੱਤੇ ਪਏ ਸ਼ਾਇਰ ਨੂੰ ਕਾਹਨੂੰ ਜਗਾਉਣਾ, ਰਾਤ ਹੀ ਕੱਟਣੀ ਹੈ, ਰਾਣੀ ਕੋਲੇ ਵਗ ਚੱਲਦੇ ਆ, ਜਿਹੜੀ ਰਾਤ ਇੱਥੇ ਕੱਟ ਲਾਂਗੇ। ਉਹਨੇ ਜਾ ਕੇ ਦਰਬਾਨਾਂ ਨੂੰ ਕਿਹਾ ਵੀ ਰਾਣੀ ਸਾਹਿਬ ਨੂੰ ਕਹੋ ਵੀ ਰਾਜਾ ਸਾਹਿਬ ਆਏ, ਦਰਵਾਜ਼ਾ ਖੋਲੋ। ਉਹਨੂੰ ਜਦੋਂ ਰਾਣੀ ਨੂੰ ਸੁਨੀਤੀ ਨੂੰ ਕਿਹਾ, ਉਹਨੇ ਭੱਜ ਕੇ ਜਾ ਵੀ ਸ਼ੁਕਰ ਹੈ ਅੱਜ ਮਹਾਰਾਜ ਕਿਵੇਂ ਭੁੱਲ ਕੇ ਮੇਰੇ ਮਹਿਲ 'ਚ ਆ ਗਏ। ਉਹਨੇ ਬੜੇ ਚਾਵਾਂ ਨਾਲ ਉੱਠ ਕੇ ਖੋਲ੍ਹਿਆ ਦਰਵਾਜ਼ਾ, ਚਰਨੀ ਹੱਥ ਲਾਏ, ਜੀ ਆਏ, ਕਿਹਾ ਆਓ ਮਹਾਰਾਜ ਬੈਠੋ। ਸੇਜ ਵਿਛਾਤੀ, ਸੇਜ ਵਿਛਾਈ ਤੇ ਉਹ ਆਪਣਾ ਮਹੀਨੇ ਤੋਂ ਨਹਾ ਧੋ ਕੇ ਬੈਠੀ ਸੀ। ਤਾਂ ਰਾਜਾ ਨੇ ਉੱਥੇ ਰਾਤ ਕੱਟੀ, ਪਰਮਾਤਮਾ ਦੀ ਕਿਰਪਾ ਹੋ ਗਈ। ਕਿਰਪਾ ਹੋਈ ਤਾਂ ਉਹਦੇ ਗਰਭ ਠਹਿਰ ਗਿਆ। ਇਹ ਉੱਥੋਂ ਤੜਕੇ ਰਾਜਾ ਚੱਲ ਕੇ ਮਹਿਲਾਂ 'ਚ ਆ ਗਿਆ। ਉਹ ਕਹਿੰਦੀ ਜੀ ਅੱਜ ਕਿੱਥੋਂ ਆਏ? ਉਹਨੇ ਪਰ ਰਾਣੀ ਨੇ ਸੁਨੀਤੇ ਨੇ ਕਿਹਾ, ਕਹਿੰਦੀ ਮਹਾਰਾਜ ਕੱਲ੍ਹ ਨੂੰ ਉਹ ਮੇਰੀ ਸੌਕਣ ਮੇਰੇ 'ਤੇ ਕੋਈ ਆਵਗੁਣ ਵੀ ਕਰ ਸਕਦੀ ਹੈ, ਜਦੋਂ ਮੇਰੇ 'ਤੇ ਖੁਸ਼ੀ ਨਹੀਂ। ਅੱਜ ਦੀ ਤਰੀਕ ਪਾ ਜੋ ਤੁਸੀਂ ਵੀ ਮੈਂ ਰਾਣੀ ਕੋਲੇ ਸੀ। ਮੈਨੂੰ ਸ਼ੱਕ ਹੈ ਵੀ ਅੱਜ ਮੇਰੇ 'ਤੇ ਭਗਵਾਨ ਦੀ ਮਿਹਰ ਹੋ। ਅੱਜ ਦੀ ਤਰੀਕ ਆਪਦੀ ਲਿਖ ਕੇ ਦੇ ਦੇ ਆਪਦੇ ਹੱਥਾਂ ਨਾਲ। ਬਾਦਸ਼ਾਹ ਕਹਿੰਦਾ ਵੀ ਲੈ, ਕਹਿੰਦੀ ਦੇਖੋ ਜੇ ਮੇਰੇ ਬੱਚਾ ਬੱਚੀ ਪੈਦਾ ਹੋ ਗਿਆ ਤਾਂ ਉਹਨੇ ਮੈਨੂੰ ਕਲੰਕ ਲਾਉਣਾ ਵੀ ਆਹ ਰਾਣੀ ਹੈ ਤੇਰੀ, ਉਹ ਵੀ ਮੈਂ ਉਹਨਾਂ ਕਲੰਕਾਂ ਤੋਂ ਬਚਾਂ, ਉਹਦਿਆਂ ਤੋਂ सुरक्षित रहा। ऐसा वो तो बादशाह तो लिख ले लियो, दिनों तरीक सब कुछ लिख ले। तो दिन पा के हौली 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 उन्होंने फिर धुरवजी पैदा होए। जो धुरवजी पैदा हो गए उन्हें रंग लग गया। उन्हें सोचा भी मैं तो गद्दी की मालक बन गई, जेठा पुत्ता मेरा, मैं तो राजमाता बन गई। अज तो मेरा राणीया का खिताब ही चक्या गया। वो इस तरह खुशियां मनाउंदी। उन्हें पालदा पलोसदा वो बच्चा 5 साल का हो धुरवजी। 5 साल की उम्र के खेडते खेडते वो राज महल च भी पा गया। उन्होंने शिक्षा थी कि बेटा तू उतान पात का पुत्र है। मैं इत्थे कहना फिर माँ आप इत्थे एड्डी दूर मंदिर पाया। वो कहती पुत जी तेरी छोटी माँ है वो कलेश नहीं छड़ती थी, मैं इत्थे आ गई, वो उत्थे महलों च। कुछ राजा वह पक्ष ज़्यादा करते, वो खेलता खेलता बच्चों के नाल। तो धुरवजी 5 साल के बच्चा थे, वो भी राज महलों च आ वड़े। बादशाह नूं दसदा भी वो बड़ी राणी का पुत्र भी आ रहा है महाराज थोड़े बन्नी। अगे वो छोटी दे फिर धुरव तो बाद हो गया पुत्र। वो पुत्र पैदा होया तो वो भी सोचती है भी मेरा पुत्र छोटा है, वह बड़ा है, भी वह किमें इलाज हो, राज का हकदार मेरा पुत्र हो जे फिर ठीक है। ये सोचती हो कमला गई। कमलाई राजा कहना भी तू राणी उदास किमें, अज तेरा चेहरा वो नहीं है। वो कहनी नहीं जी, कहना ना वो चेहरा है नहीं। कहनी जी हुण मेरा जिहड़ा ये पुत्र है ये छोटा है, वो बड़ा है, तो फिर राज का हकदार, कहना राज का हकदार तो वो बनू। कहनी फिर मैं है ही उदास भी मेरे ना थोड़ा इन्ना प्यार इन्ना मोह, तो उन्होंने जंगलों च पाया पाया कर मकान, तो तुसीं मेरे ना तो फिर वही दरियात वाली गल करती ना, मुख वही फिर रख ली। ਉਹਦਾ ਬਸੀਭੂਤ ਹੋਇਆ ਵਾ। ਰਾਜਾ ਕਹਿੰਦਾ ਨਹੀਂ, ਕਹਿੰਦਾ ਮੈਂ ਜਾਂ ਤਾਂ ਰਾਜ ਹੀ ਅੱਧੋ ਅੱਧੀ ਕਰ ਦੂੰ, ਨਹੀਂ ਫਿਰ ਤੇਰੇ ਪੁੱਤ ਨੂੰ ਦੇ ਦੂੰ, ਉਹਨੂੰ ਛੱਡ ਦੂੰ।
ਉਹਨੂੰ ਖਡਿਆਈ ਜਾਂਦਾ ਅਵਤਾਰ ਪਾਦ ਆਪਦੇ ਛੋਟੇ ਨੂੰ ਉੱਤਮ ਨੂੰ। ਉਸ ਉੱਤਮ ਪੁੱਤਰ ਦੇ ਨਾਲ ਖੇਲ ਲੱਗਿਆ ਹੋਇਆ ਤੇ ਉਧਰੋਂ ਧਰੁਵ ਜੀ ਵੀ ਪਿਤਾ ਦੇ ਕੋਲੇ ਆ ਗਿਆ। ਉਹ ਵੀ ਟਪੂਸੀਆਂ ਮਾਰਨ ਲੱਗਿਆ, ਧਰੁਵ ਵੀ ਮੇਰਾ ਪਿਤਾ ਮੈਨੂੰ ਵੀ ਗੋਦੀ 'ਚ ਲਵੇ। ਹੁਣ ਉਹ ਕਦੇ ਧਰੁਵ ਬੰਨੀ ਝਾਕ ਲੈਂਦਾ, ਕਦੇ ਰਾਣੀ ਕੰਨੀ ਝਾਕ ਲੈਂਦਾ। ਖੀਰ ਨੂੰ ਉਹ ਬੱਚਾ ਭੁੜਕਿਆ, ਮਾਰ ਕੇ ਛਾਲੋ ਪਿਤਾ ਦੀ ਗੋਦੀ 'ਚ ਵੜ ਗਿਆ। ਜਦੋਂ ਧਰੁਵ ਗੋਦੀ 'ਚ ਵੜਿਆ ਫਿਰ ਉਹ ਬੈਠੀ ਸੀ। ਉਹ ਕਹਿੰਦੀ ਉਹ ਨਿਭਾਗ, ਉਹ ਬੁਰੇ ਕਰਮਾਂ ਵਾਲਿਆ, ਤੈਨੂੰ ਇਹ ਗੋਦੀ ਕਿੱਥੇ? ਤੇਰੇ ਵਾਸਤੇ ਗੋਦੀ ਕਿਉਂ? ਉਹਨੇ ਬਹੁਤ ਕਟੂ ਬਚਨ ਬੋਲੇ। ਕਹਿੰਦੀ ਤੂੰ ਰੱਬ ਦਾ ਕਰਦਾ ਭਜਨ ਜਾਂ ਕਰਦਾ ਦਾਨ, ਫਿਰ ਉਦੋਂ ਬਾਅਦ ਤੂੰ ਮੇਰੇ ਪੇਟੋਂ ਪੈਦਾ ਹੁੰਦਾ, ਫਿਰ ਤੂੰ ਇਹ ਗੱਦੀ ਦਾ ਹੱਕਦਾਰ। ਉਹ ਨਿਭਾਗਣ ਦੇ ਜਨਮ ਲੈ ਕੇ ਤੂੰ ਰਾਜ ਭਾਲਦਾ, ਉਹ ਕਰਮਹੀਣ ਦੇ ਪੈਦਾ ਹੋ ਗਏ। ਉਹਨੇ ਬਹੁਤ ਸਾਰੇ ਉੱਚੀਆਂ ਨੀਵੀਆਂ ਗੱਲਾਂ ਬਹੁਤ ਕਹੀਆਂ। ਉਹ ਪਿਤਾ ਕੁਛ ਨਹੀਂ ਜ਼ਬਾਨੋਂ ਕਹਿ ਸਕਿਆ ਕਿਉਂ ਉਹਦੇ ਵਸੀਭੂਤ ਸੀ। ਉਤਾਨ ਬਾਅਦ ਉਧਰ ਝਾਕ ਲੈਂਦਾ, ਉਧਰ ਝਾਕ ਲੈਂਦਾ, ਪਰ ਮੂੰਹ ਠਾਕਿਆ ਗਿਆ, ਬੋਲਦਾ ਨਹੀਂ। ਧਰੁਵ ਦੇ ਅੱਖਾਂ 'ਚੋਂ ਪਾਣੀ ਵਗਣ ਲੱਗ ਗਿਆ, ਪਿਓ ਦੀ ਗੋਦੀ 'ਚ ਉਤਰ ਗਿਆ। ਹੌਂਕੇ ਲੈਂਦਾ, ਹਿਚਕੀਆਂ ਭਰਦਾ, ਰੋਂਦਾ ਕਲਾਂਦਾ ਹੋ ਫਿਰ ਮਾਤਾ ਦੇ ਭਵਨ ਨੂੰ ਚੱਲਿਆ। ਜਦੋਂ ਮਾਤਾ ਦੇ ਭਵਨ ਦੇ ਵਿੱਚ ਗਿਆ ਧਰੁਵ, ਨੂੰ ਪਤਾ ਲੱਗਿਆ ਵੀ ਉਹ ਗੋਲੀਆਂ ਬਾਂਝਿਆਂ ਨੇ ਦੱਸਿਆ ਵੀ ਧਰੁਵ ਰੋਂਦਾ ਹੁੰਦਾ। ਕੋਈ ਕਾਰਨ ਹੈ, ਜਾਂ ਤਾਂ ਕਿਸੇ ਨੇ ਕੋਈ ਥੱਪੜ ਮਾਰਿਆ, ਕੋਈ ਕਾਰਨ ਹੋ ਗਿਆ। ਰਾਣੀ ਉੱਠੀ, ਇੱਕ ਪੁੱਤ ਜੀ ਦੇ ਸਾਰੀ ਉਮਰ 'ਚ ਪਾਇਆ, ਭੱਜ ਕੇ ਜਾ ਕੇ ਬੁੱਕਲ 'ਚ ਚੱਕਿਆ, ਪਿਆਰ ਕੀਤਾ, ਨੇਤਰ ਪੂੰਝੇ ਆਪਦੇ ਅੰਚਲ ਨਾਲ ਦੁਪੱਟੇ ਨਾਲ, ਮੁਖੜਾ ਚੁੰਮਿਆ ਪੁੱਤਰ ਦਾ, ਲੋਰੀਆਂ ਦੇਣ ਲੱਗ ਗਈ, ਬੜੇ ਦਿਲਾਸੇ ਦਿੱਤੇ। ਪੁੱਤਰ ਤੂੰ ਇਸ ਗੱਲੋਂ ਨਾਰਾਜ਼ ਕਿਉਂ ਹੋਇਆ? ਮੈਨੂੰ ਦੱਸ, ਕਿਹੜੇ ਬੇਈਮਾਨ ਨੇ ਤੈਨੂੰ ਝਿੜਕਿਆ ਜਾਂ ਤੈਨੂੰ ਕੁੱਟਿਆ ਜਾਂ ਤੈਨੂੰ ਗਾਲਾਂ ਦਿੱਤੀਆਂ? ਮੈਂ ਬਾਦਸ਼ਾਹ ਤੋਂ ਸਜ਼ਾ ਦਵਾਊਂ, ਉਹਨੂੰ ਬਾਦਸ਼ਾਹ ਤੂੰ ਕਹਿ ਕੇ ਸਜ਼ਾ ਦਵਾਊਂ। ਮੈਨੂੰ ਮੇਰੇ ਕੋਲ ਸਾਰਾ ਹਾਲ ਖੋਲ ਦੇ। ਧਰੁਵ ਜੀ ਕਹਿਣ ਲੱਗਿਆ, ਮਾਤਾ ਜੀ ਜੇ ਤਾਂ ਕਿਸੇ ਨੇ ਸਜ਼ਾ ਦਿੱਤੀ ਹੋਵੇ ਫਿਰ ਤਾਂ ਉਹਨੂੰ ਤਾਂ ਸਵਾਮੀ ਜੀ ਸਜ਼ਾ ਦੇ ਦੇਣਗੇ। ਜੇ ਸਵਾਮੀ ਦੇ ਹੀ ਅਪਰਾਧ ਹੋਵੇ ਫਿਰ ਸਜ਼ਾ ਕੌਣ ਦੇਊ ਉਹਨੂੰ? ਕਿਉਂ? ਕਹਿੰਦਾ ਮੈਂ ਪਿਤਾ ਦੀ ਬੁੱਕਲ 'ਚ ਗਿਆ ਤੇ ਵੀ ਮੈਂ ਵੀ ਉੱਤਮ ਵਾਂਗੂ ਖੇਡਾਂ, ਜਿਵੇਂ ਮੇਰਾ ਛੋਟਾ ਭਾਈ ਖੇਡਦਾ ਉਹਦੀ ਬੁੱਕਲ 'ਚ। ਮੈਂ ਕਹਿੰਦਾ ਜਾ ਕੇ ਗੋਡੇ 'ਤੇ ਬਹਿ ਗਿਆ। ਕਹਿੰਦਾ ਮੇਰੀ ਮਾਤਾ ਨੇ ਮੇਰੇ ਨਾਲ ਕਸਰ ਨਹੀਂ, ਮੇਰੇ ਤੀਰ ਉਹ ਮਾਰੇ ਨੇ ਸੀਨੇ 'ਚ ਜਿਹੜੇ ਮੇਰੇ ਸੀਨੇ ਨੂੰ ਵਿੰਨ ਕੇ ਪਾਰ ਹੋ। ਮਾਤਾ ਮੈਂ ਸਹਿ ਨਹੀਂ ਸਕਦਾ, ਮੈਨੂੰ ਐਂ ਵੀ ਕਿਹਾ, ਐਂ ਵੀ ਕਿਹਾ, ਐਂ ਵੀ ਸਾਰਾ ਕੁਝ ਦੱਸਦਾ। ਮਾਤਾ ਦੇ ਅੱਖਾਂ 'ਚੋਂ ਵੀ ਪਾਣੀ ਆ ਗਿਆ। ਕਹਿੰਦੀ ਬੇਟਾ ਠੀਕ ਹੈ, ਉਹਦਾ ਕਹਿਣਾ ਠੀਕ ਹੈ, ਮੈਂ ਹੀ ਕਲੇਸ਼ ਛੇੜਿਆ। ਜੇ ਉਹਨਾਂ ਨੂੰ ਭਾਗਣ ਨੂੰ ਮੈਂ ਲੈ ਕੇ ਆਈ, ਮੇਰੇ ਔਲਾਦ ਦੀ ਹੈ ਹੀ ਨਹੀਂ ਸੀ ਸੋਚ ਕੋਈ ਚਿੱਤ ਦੇ ਵਿੱਚ ਵੀ ਚਲੋ ਸਾਡੀ ਗੱਦੀ ਤੁਰਦੀ ਹੋ ਜੂ। ਲੈ ਕੇ ਤਾਂ ਮੈਂ ਹੀ ਆਈ ਸੀ ਆਪਦੀ ਭੈਣ ਨੂੰ, ਪਰ ਮੇਰੇ ਨਾਲ ਹੀ ਉਹਨੇ ਉੱਟੀ ਕੁੱਟ ਹੋਇਆ ਬਾਹਰ ਬਣਨਾ। ਅੱਛਾ ਬੇਟਾ, ਮਾਂ ਨੇ ਸਿੱਖਿਆ ਦਿੱਤੀ, ਕਹਿੰਦੀ ਵਾਕਈ ਠੀਕ ਆ ਉਹਦੀ ਕਹਿਣੀ। ਜਿਹੜੀ ਗੱਲ ਨੂੰ ਬੇਟਾ ਉਹ ਕਹਿੰਦੀ ਹੈ ਉਹ ਗੱਲ ਉਹਦੀ ਸੱਤ ਹੈ। ਮਾਂ ਕਿਵੇਂ ਸੱਤ ਹੈ? ਕਹਿੰਦੀ ਮੇਰੇ ਕਰਮਹੀਣ ਦੇ ਪੇਟੋਂ ਤਾਂ ਜਨਮ ਲਿਆ, ਜੇ ਮੇਰੇ ਭਾਗ ਮਾੜੇ ਨੇ ਮੈਂ ਤਾਂ ਹੀ ਰੋਈ 'ਚ ਬੈਠੀ ਹਾਂ। ਉਹ ਰਾਜ ਮਹਿਲਾਂ 'ਚ ਆਨੰਦ ਲੈਂਦੀ ਹੈ, ਮਨ ਭਾਉਂਦਾ ਖਾਂਦੀ ਹੈ, ਮਨ ਭਾਉਂਦਾ ਪਹਿਨਦੀ ਹੈ, ਮਨ ਭਾਉਂਦੇ ਨਾਚ ਸੁਣਦੀ ਹੈ, ਗਾਣੇ ਸੁਣਦੀ ਹੈ, ਉਹ ਨਾਨਾ ਪ੍ਰਕਾਰ ਦੀਆਂ ਖੇਡਾਂ 'ਚ ਖੇਡ ਰਹੀ ਹੈ। ਮੈਂ ਇੱਥੇ ਦਰਖਤਾਂ ਨਾਲ ਗੱਲਾਂ ਕਰਨ ਵਾਲੀ ਹੋਊਗੀ। ਬੇਟਾ ਜਿਹੜਾ ਭਗਵਾਨ ਦਾ ਸਿਮਰਨ ਹੈ, ਉਹ ਜੇ ਤੈਨੂੰ ਇਹ ਇੱਛਾ ਹੈ ਤਾਂ ਫਿਰ ਤੂੰ ਪਰਮਾਤਮਾ ਦਾ ਸਿਮਰਨ ਕਰ। ਉਹ ਬੜਾ ਬੇਅੰਤ ਹੈ, ਉਹ ਘੜੀ 'ਚ ਅਮੀਰ ਵੀ ਕਰ ਸਕਦਾ, ਘੜੀ 'ਚ ਉਹ ਫਕੀਰ ਵੀ ਕਰ ਸਕਦਾ, ਘੜੀ ਦੇ ਵਿੱਚ ਉਹ ਰਾਜਾ ਵੀ ਬਣਾ ਸਕਦਾ, ਘੜੀ ਦੇ ਵਿੱਚ ਹੀ ਉਹ ਰੰਕ ਬਣਾ ਸਕਦਾ ਰਾਜੇ ਨੂੰ। ਉਹਦੇ ਹੱਥ ਸਾਰੀਆਂ ਹੀ ਡੋਰਾਂ ਨੇ। ਐ ਬੇਟਾ ਫਿਰ ਤੂੰ ਭਗਵਾਨ ਦਾ ਸਿਮਰਨ ਕਰ,
ਭਗਵਾਨ ਦਾ ਕੀਰਤਨ ਸਿੱਖ। ਉਹ ਕਹਿੰਦਾ ਭਗਵਾਨ ਦੀਆਂ ਗੱਲਾਂ ਸੁਣ ਕੇ ਉਹਦੇ ਮਨ ਨੂੰ ਠੋਕਰ ਵੱਜੀ ਵੀ, ਕਹਿੰਦਾ ਵੀ ਮਨ ਚੱਲ ਛੱਡ ਦੇ ਕੋਠੀ ਦਾ ਕਿਹੜਾ ਹੁਣ, ਚੱਲ ਆ ਪਤਾ ਤਾਂ ਭਗਵਾਨ ਨੂੰ। 5 ਸਾਲ ਦੀ ਉਮਰ ਦੇ ਵਿੱਚ ਹੀ ਚੱਲ ਪਿਆ ਜੰਗਲਾਂ ਨੂੰ। ਜਦੋਂ ਜਾਂਦਾ ਜੰਗਲਾਂ ਦੇ ਵਿੱਚ ਹੀ ਜਾਂਦਾ, ਪਰਮਾਤਮਾ ਦੇ ਸਿਮਰਦਾ ਜਾਂਦਾ ਨਾ ਉਹਨੂੰ ਵੀ ਅੱਛਾ ਪਰਮਾਤਮਾ ਨਾ ਤਾਂ ਮੈਂ ਪੜ੍ਹਿਆ, ਨਾ ਮੈਨੂੰ ਤੇਰੇ ਰਾਹ ਦਾ ਪਤਾ ਹੈ, ਨਾ ਕੋਈ ਮੇਰਾ ਹੈਲਥ ਇਹੋ ਜਿਹਾ ਗੁਰੂ ਹੈ ਵੀ ਜਿਹਨੇ ਮੈਨੂੰ ਸਿੱਖਿਆ ਦੇਵੇ। ਮਾਂ ਦੀਆਂ ਗੱਲਾਂ ਸੁਣ ਲਈਆਂ, ਮਤੇਰ ਦੀਆਂ ਸੁਣ ਲਈਆਂ, ਦੋਵਾਂ ਦੀਆਂ ਸੁਣ ਕੇ ਮੈਂ ਤਾਂ ਤੇਰੇ ਤੇ ਡੋਰੀ ਰੱਖ ਕੇ ਆ ਚੱਲਿਆ। ਅੱਗੇ ਮੂਹਰੇ ਨਾਰਦ ਰਿਸ਼ੀ ਜੀ ਘੱਲ ਤੇ ਭਗਵਾਨ ਨੇ। ਨਾਰਦ ਰਿਸ਼ੀ ਆਇਆ, ਨਾਰਦ ਰਿਸ਼ੀ ਨੇ ਜਦੋਂ ਦੇਖਿਆ ਵੀ ਆ ਕੀ ਖੇਲ, ਇਹ ਤਾਂ 5 ਕੁ ਸਾਲ ਦਾ 4 ਕੁ ਸਾਲ ਦਾ ਬੱਚਾ ਲੱਗਦਾ ਹੈ, ਇਹ ਜਾਂਦਾ ਇਕੱਲਾ ਹੀ ਹੈ ਜੰਗਲਾਂ ਨੂੰ। ਉਹਨੇ ਯੋਗਾ ਅਭਿਆਸ ਦੇ ਨਾਲ ਦੇਖਿਆ ਤੇ ਤ੍ਰਿਕਾਲਦਰਸ਼ੀ ਸੀ ਨਾਰਦ। ਕਹਿੰਦਾ ਓਹੋ, ਇਹ ਤਾਂ ਮਾਂ ਦੇ ਦੁੱਖ ਦਾ ਮਾਰਿਆ ਜਾਂਦਾ। ਇਹਦੀ ਮਤੇਰ ਮਾਂ ਨੇ ਇਹਨੂੰ ਮਾਰੀਆਂ ਬੋਲੀਆਂ, ਇਹ ਬਾਲਕ ਦਾ ਕਾਲਜਾ ਬਿੰਨਤਾ, ਉਤਾਨ ਪਾਤ ਕੁਛ ਬੋਲਿਆ ਨਹੀਂ। ਤੇ ਉਹ ਉਹਦੇ ਮੂੰਹ 'ਚ ਫਸਿਆ ਪਿਆ ਔਰਤ ਦੇ, ਉਹਦਾ ਕੀਲਿਆ ਪਿਆ। ਉਹਨੇ ਐ ਨਹੀਂ ਕਿਹਾ ਵੀ ਹੈ ਤੂੰ ਕੌਣ ਆ ਬੋਲਣ ਵਾਲੀ, ਇਹ ਵੀ ਪੁੱਤਰ ਹੈ ਮੇਰਾ, ਇਹ ਵੀ ਪੁੱਤਰ ਹੈ, ਇਹ ਗੱਲ ਨਹੀਂ ਬਣਦੀ ਹੈ, ਤੂੰ ਇਸ ਗੱਲ ਨੂੰ ਛੱਡ ਦੇ। ਉਹ ਬੇਟਾ ਤੂੰ ਇੱਧਰ ਸ਼ੇਰ ਵਗੈਰੇ ਜੰਗਲੀ ਜਾਨਵਰ, ਤੇਰੀ ਉਮਰ ਕੁਛ ਨਹੀਂ ਹੈ, ਲੇਕਿਨ ਤੂੰ ਪਾਣੀ ਦਾ ਬੁਲਬੁਲ ਹੈ। ਤੇ ਚੱਲ ਤੈਨੂੰ ਮੈਂ ਮੁੜ ਪਿੱਛੇ ਤੈਨੂੰ ਘਰੇ ਛੱਡਣਾ, ਮੈਂ ਜਾ ਕੇ ਤੇਰੀ ਮਾਈ ਨੂੰ ਵੀ ਸਮਝਾ ਦੇਣਾ, ਰਾਜੇ ਨੂੰ ਵੀ ਸਮਝਾ ਦੇਣਾ। ਜੇ ਤੈਨੂੰ ਰਾਜਗੱਦੀ ਦੀ ਇੱਛਾ, ਤੈਨੂੰ ਰਾਜ ਵੀ ਅੱਜੇ ਹੀ ਦਵਾ ਦੇਣਾ। ਮੇਰੀ ਬਾਣੀ ਕੋਈ ਮੋੜ ਨਹੀਂ ਸਕਦਾ ਸੰਸਾਰ। ਇਸ ਦੁਨੀਆ ਭਰ ਦੇ ਵਿੱਚ ਕੋਈ ਰਾਜਾ ਰਾਣਾ ਮੇਰੀ ਆਵਾਜ਼ ਨੂੰ ਐਂ ਨਹੀਂ ਕਹਿ ਸਕਦਾ ਵੀ ਮਹਾਰਾਜ ਜੀ ਮੇਰੇ ਤੋਂ ਹੁੰਦੀ ਨਹੀਂ। ਉਹਨੂੰ ਵਸ ਕਰਨੀ ਪਊ ਜਿਹੜੀ ਮੈਂ ਕਹੀ। ਬੇਟਾ ਚੱਲ ਤੈਨੂੰ ਰਾਜਗੱਦੀ ਵੀ ਦਵਾ ਦੇਣਾ ਜੀ। ਉਹ ਕਹਿੰਦਾ ਜੀ ਨਹੀਂ, ਮੈਂ ਤਾਂ ਹੁਣ ਉਹਦੇ ਚਰਨੀ ਲੱਗਣਾ ਭਗਵਾਨ ਦੇ, ਮੈਨੂੰ ਕੋਈ ਰਾਜਗੱਦੀਆਂ ਦੀ ਲੋੜ ਨਹੀਂ। ਜਿਹੜਾ ਸਭ ਰਾਜਿਆਂ ਦਾ ਰਾਜਾ ਹੈ, ਮੈਂ ਤਾਂ ਉਹਦੇ ਚਰਨਾਂ ਦੀ ਧੂੜਾ। ਨਾਰਦ ਨੇ ਦੇਖਿਆ ਧਿਆਨ ਨਾਲ ਵੀ ਇਹ ਬੱਚੇ ਦੇ ਵਾਕਈ ਸੱਚਾ ਪਿਆਰ ਹੈ ਭਗਵਾਨ ਦਾ। ਉੱਥੇ ਨਾਰਦ ਨੇ ਫਿਰ ਉਹਨੂੰ ਕਹਿੰਦਾ ਲੈ ਬੇਟਾ ਤੇਰੇ ਸਿਰ 'ਤੇ ਹੱਥ ਮੈਂ ਧਰਦਾ, ਤੇਰਾ ਗੁਰੂ ਮੈਂ ਹੀ ਬਣਨਾ। ਸਿਰ 'ਤੇ ਹੱਥ ਧਰਿਆ ਤੇ ਸ਼ਬਦ ਦੇਤਾ ਉਹਨੂੰ ਨਾਮ ਜਪਣ ਦਾ, ਓਮ ਨਮੋ ਭਗਵਤੇ ਵਾਸੁਦੇਵਾय। ਇਹ ਸ਼ਬਦ ਬੋਲਤਾ ਨਾਰਦ ਨੇ। ਐ ਬੇਟਾ ਇਸ ਸ਼ਬਦ ਦਾ ਤੈਂ ਜਾਪ ਕਰਨਾ, ਓਮ ਨਮੋ ਭਗਵਤੇ ਵਾਸੁਦੇਵਾय, ਓਮ ਨਮੋ ਭਗਵਤੇ ਵਾਸ। ਇਸੇ ਨੂੰ ਰਟੀ ਚਤੁਰਭੁਜੀ ਸਰੂਪ ਹੈ ਉਸ ਭਗਵਾਨ ਦਾ ਜਿਹਨੂੰ ਤੂੰ ਯਾਦ ਕਰੇਂਗਾ। ਚਾਰੇ ਹੱਥਾਂ ਦੇ ਵਿੱਚ ਸ਼ੰਖ ਚੱਕਰ ਗਦਾ ਪਦਮ ਧਾਰਨ ਕੀਤੇ ਹੋਣਗੇ, ਇਹ ਉਹਨਾਂ ਦੀਆਂ ਨਿਸ਼ਾਨੀਆਂ ਨੇ। ਹੀਰੇ ਜੜਤ ਜੜਾਊ ਮਣੀਆਂ ਜੜਤ, ਉਹਨਾਂ ਦੇ ਸਿਰ 'ਤੇ ਮੋਰ ਮੁਕਟ ਹੋਊਗਾ। ਔਰ ਉਦੋਂ ਬਾਅਦ ਬਜੰਤੀ ਮਾਲਾ ਹੋਊਗੀ, ਪੀਤਾਂਬਰ ਪਹਿਨਿਆ ਹੋਊਗਾ, ਪੀਲੇ ਵਸਤਰ ਹੋਣਗੇ। ਉਹ ਸਾਰਾ ਚਿਹਨ ਚੱਕਰ ਭਗਵਾਨ ਦਾ ਮਨ ਦੇ ਵਿੱਚ ਉਹਦੇ ਵਸਾਤਾ। ਅੱਛਾ ਜਾ ਕੇ ਮੈਂ ਸਮਝਾਉਣਾ ਰਾਜੇ ਨੂੰ, ਤੂੰ ਬੇਟਾ ਇੱਥੋਂ ਆ ਨਦੀ ਦੇ ਕਿਨਾਰੇ ਜਮਨਾ ਦੇ ਪੈ ਜਾ। ਮੂਹਰੇ ਇੱਕ ਮਥੁਰਾ ਨਗਰੀ ਆਊ, ਉਹ ਮਥੁਰਾ ਨਗਰੀ ਤੋਂ ਪਹਿਲੇ ਇੱਕ ਬਨਵਾਸ ਆਊਗਾ। ਉਸ ਬਨਵਾਸ ਦੇ ਵਿੱਚ ਚਲਿਆ ਜਾਈਂ ਤੂੰ, ਉੱਥੇ ਇਸੇ ਦਾ ਹੀ ਭਜਨ ਕਰਨਾ। ਮਥੁਰਾ ਨਗਰੀ ਦੇ ਉਰਲੇ ਪਾਸੇ ਬਨਵਾਸ। ਬਹੁਤ ਅੱਛਾ ਜੀ। ਹੁਣ ਨਾਰਦ ਜੀ ਤਾਂ ਇੱਧਰ ਨੂੰ ਚੱਲ ਪਏ ਦੇ ਕੇ ਸਿੱਖਿਆ, ਤੇ ਉਹ ਉੱਧਰ ਨੂੰ ਚੱਲ ਪਏ, ਪੈ ਗਿਆ ਜਮਨਾ ਦੀ ਪਰੜੀ। ਨਾਰਦ ਜੀ ਜਿਸ ਮੌਕੇ ਆਏ ਤਾਂ ਅੱਗੇ ਉਧਰ ਤਾਂ ਸੁਨੀਤਾ ਰਾਣੀ ਰੋਂਦੀ ਹੈ, ਉਧਰ ਰਾਜਾ ਨੂੰ ਵੀ ਰੋਣ ਆ ਗਿਆ ਉਤਾਨ ਪਾਤ। ਉਹ ਦੋਏ ਜੀ ਰੋਈ ਜਾਂਦੇ ਨੇ ਵੀ ਆਪਣੇ ਵਰਗਾ ਨਿਭਾਗ ਕਿੱਥੋਂ। ਰਾਜਾ ਆਪਦੇ ਆਪ ਨੂੰ ਫਟਕਾਰਾ ਦਿੰਦਾ ਵੀ ਮੈਂ ਨਿਭਾਗਾ ਹੀ ਨਾ ਕਹਿ ਸਕਿਆ ਵੀ ਖਬਰਦਾਰ ਜ਼ਬਾਨ ਬੰਦ ਕਰ। ਇਹ ਕੀ ਮੇਰਾ ਪੁੱਤਰ ਨਹੀਂ? ਇਹਦੀਆਂ ਕੀ ਮੈਂ ਖੁਸ਼ੀਆਂ ਨਹੀਂ ਮਨਾਈਆਂ ਵੀ ਤੇਰੇ ਦੀਆਂ ਜ਼ਿਆਦਾ ਮਨਾਈਆਂ?
ਕੁਝ ਬਣਾ ਦੇ ਵਿੱਚ ਕੋਈ ਸ਼ੇਰ ਵਗੈਰਾ ਖਾ ਜਿਓ 5 ਸਾਲ, ਕੋਈ ਉਹਦੀ ਖਿਦਮਤ ਵਾਸਤੇ 2 ਪਹਿਰੇਦਾਰ ਬਣਾ ਨਾਲ ਤੁਰੇ, ਨੰਗੇ ਪੈਰੀ ਤੁਰ ਗਿਆ। ਖਬ ਨਹੀਂ ਕੀ ਹਾਲ ਹੋਊ ਪੁੱਤਰ ਦਾ। ਸੁਨੀਤੀ ਵੀ ਰੋਈ ਜਾਂਦੇ ਤੇ ਰਾਜਾ ਵੀ ਰੋਈ। ਐਨੇ ਨਾਰਦ ਜੀ ਜਾ ਬੜੇ। ਨਾਰਦ ਜੀ ਨੇ ਉੱਠ ਕੇ ਚਰਨੀ ਹੱਥ ਲਾਇਆ, ਮੱਥਾ ਟੇਕਿਆ, ਆਸਣ ਦਿੱਤਾ, ਬਿਠਾਏ ਤੇ 2 ਰਾਣੀਆਂ ਵੀ ਕੋਲ ਬੈਠੀਆਂ ਨੇ। ਇੱਕ ਪਾਸੇ ਸਰੂਚੀ ਬੈਠੀ ਹੈ, ਇੱਕ ਪਾਸੇ ਸੁਨੀਤੀ ਬੈਠੀ। ਉਹ ਜਾ ਕੇ ਕਹਿਣ ਲੱਗਿਆ, ਉਹ ਤਾਨ ਪਾ ਤੇਰੇ ਵਰਗੇ ਗਿਆਨੀਆਂ ਦੇ ਤਰਕਾਰ ਆ ਇੱਥੇ ਦੁਨੀਆ 'ਚ ਜਨਮ ਲੈਣ ਦੇ। ਉਹ ਤੂੰ ਪ੍ਰਿਆ ਵਰਤ ਰਾਜੇ ਦਾ ਉਵੇਂ ਭਰਾ ਜਿਹਦਾ ਅੱਜ 7 ਦੀਪਾਂ ਤੇ ਰਾਜ ਚੱਲਦਾ। ਇਹ ਤੈਨੂੰ ਰਾਜ ਦਾ ਟੁਕੜਾ ਉਸੇ ਨਹੀਂ ਦਿੱਤਾ ਕਿ ਮੇਰਾ ਭਰਾ ਵੀ ਵੱਧ ਜਾਣਾ ਰਹੇ। ਉਹ ਤੂੰ ਐਡਾ ਮੂਡ ਹੋ ਗਿਆ ਤੇ ਐਡਾ ਬੇਕਿਰਕ ਹੋ ਗਿਆ। ਉਹ ਜਿਹੜਾ ਇੱਕ ਆਪਦੀ ਇੱਕ ਔਲਾਦ ਨੂੰ ਤਾਂ ਤੂੰ ਉਹਦੇ 'ਚ ਤਪਾਉਣਾ, ਇੱਕ ਨੂੰ ਤੂੰ ਤੀਰ ਮਰਵਾਉਣਾ। ਇਹ ਤੇਰੇ ਵਾਸਤੇ ਜ਼ੁਲਮ ਕੀਤਾ ਤੈ ਬਾਦਸ਼ਾਹ, ਇਹ ਤੈ ਅਨਿਆਂ ਕੀਤਾ, ਨਿਆਂ ਨਹੀਂ। ਕਹਿੰਦਾ ਮਹਾਰਾਜ ਮੈਂ ਕੀ ਕਰਾਂ, ਮੈਂ ਤਾਂ ਹੋ ਗਿਆ। ਕਹਿੰਦਾ ਹੋ ਗਿਆ ਨਹੀਂ, ਅੱਗੇ ਵਾਸਤੇ ਸੋਚ। ਤੇਰੇ ਵਰਗੇ ਬੁੱਧੀਵਾਨਾਂ ਨੂੰ ਰਾਣੀਆਂ ਦੇ ਮੋਹ ਦੇ ਵਿੱਚ ਫਸਣਾ ਨਹੀਂ ਚਾਹੀਦਾ। ਉਹ ਵੀ ਰਾਣੀ ਹੈ ਤੇ ਰਾਣੀ ਇਹ ਵੀ ਹੈ। ਤੂੰ ਇੱਕੇ ਦਾ ਹੀ ਬਣ ਕੇ ਬਹਿ ਗਿਆ। ਉਹ ਵਿਆਹ ਕੇ ਨਹੀਂ ਆਇਆ। कहता जी जो कुछ में तो हो गया वो माफ़ कर दो, आगे बात से नहीं करूँगा, ऐसा नहीं करूँगा आगे बात। कोई फिक्र ना कर तेरे पुत्र का। तेरे पुत्र नूं मैं शिक्षा दे आया, मैं मोड़दा भी सी, वो मुड़िया नहीं। तेरे पुत्र नूं मैं शिक्षा भी दे आया, वो सिर ते भी हथ धर आया। कोई किसी मासाहारी जीव का फिक्र ना कर भी ਉਹਦੇ नेड़े लगी। शेर ना वगैरह ना चिट्टा, वो कोई चीज़ नेड़े नहीं लग सकती। वो सुरक्षित तब करूँगा, चेला मेरा है। पर थोड़े चिरां च ही आजू। मेरा कहना आत्मा ये कहना, मेरा आशीर्वाद ये है भी वो हज़ारां सैकड़े बरा तप नहीं करता। कहना होर, कहना वो सालों अंदर अंदर ही थोड़े कोल आजू, परमात्मा नूं पा के आऊ। एवें खाली भी नहीं आउंदा, परमात्मा ही भेजू ਉਹਨੂੰ ਇੱਧਰ ਨੂੰ। ਮੁੜਨ ਵਾਲਾ ਉਹ ਨੀਨਾ ਨਹੀਂ, ਪਰ परमात्मा ਉਹਨੂੰ ਘੱਲੂਗਾ ਇੱਧਰ ਤੁਹਾਡੇ ਕੋਲ। ਅੱਛਾ ਮਹਾਰਾਜ, ਤੁਹਾਡੀ ਜ਼ਬਾਨ ਤੇ ਹੀ ਫੁੱਲ ਚੜਾਈਏ, ਇਹ ਕੰਮ ਹੋ ਜਾਏ ਜਿਹਦਾ ਨਿਭਾਗ ਜਿਹੜਾ ਕੁਛ ਕਰਨਾ ਤੇ ਕਰ ਬੈਠੇ। ਸ਼ਰ ਦੇ ਫਿਕਰ ਤੂੰ ਆਪਦੇ ਰਾਜ ਬਣੀ ਦੇ, ਰਾਜ ਗੱਦੀ ਕਰ ਆਪਦੀ। ਉਧਰੋਂ ਸੁਨੀਤਾ ਨੂੰ ਰਾਣੀ ਨੂੰ ਉਹਨੂੰ ਧੀਰਜ ਦਿੱਤੀ, ਬੇਟਾ तेरा पुत्र थोड़े दिनों च तेरे को आ, सब रिद्धियां सिद्धियां लेके आऊ। ऐसा होगा थोड़ा पुत्र संसार ते पहले नंबर ना, वो थोड़ा भी ना है जिहड़ा आज अमर कर दूगा संसार च रहिंदी दुनिया तक मिट नहीं सकता थोड़ा नाम भी। अच्छा महाराज स्वामी जी, नारद जी विदा हो गए। इधरले पासों धुरवैये चले चाल चले चाल चले चाल तुरे जाते हैं। गाह किस कोई जदों नेड़े आई मथुरा दियां अटारियां दिसियां, उन्हें किसी ने पुछ लिया भी ये शहर किहड़ा है। कहते भाई काका ये मथुरा है, मथुरापुरी है। मथुरापुरी है हाँ। कहना भी आपां नूं ऐसे जंगल च गया सी ये मथुरापुरी। तो कहते उन्हें जिहड़ी दस्सिया भी उरले पासे बनवास आऊ, वो बन दे विच जाके तप करी जमुना के किनारे। आपां फिर हुण इत्थे बन ऐसे बन च ही वड़ जा, उसे बन दे विच वड़ गए। जदों उन्होंने धुरवजियां ने तप शुरू किया, विच तां नहीं आउंदा ये, अच्छा ते वो मतलब धुरवजियां दे अंदर लीक लिया उसदा फोटो, जिवें नारद ने कहा ते भगवान दा, ओम नमो भगवते वासुदेवाय, ये शब्द उन्होंने कंठ कर लिया। पहले महीने जदों तप आरंभिया तो उन्हें तीसरे अपना एक डंग भोजन करता, 8 पैरा। 8 पैरा अद्धे महीने 8 पैरे खांदा रहा।
ਜਦੋਂ ਅੱਧਾ ਮਹੀਨਾ ਟੱਪ ਗਿਆ ਫਿਰ ਉਹਨੇ 7 ਦਿਨਾਂ 'ਤੇ ਕਰਤਾ ਕਿ 7 ਦਿਨਾਂ ਤੋਂ ਖਾਇਆ ਕਰਾਂਗੇ। ਦੂਸਰੇ ਮਹੀਨੇ ਦੇ ਵਿੱਚ 7 ਦਿਨ ਦਾ ਕਰਤਾ। ਫਿਰ ਦੂਸਰਾ ਮਹੀਨਾ ਬੀਤ ਗਿਆ, ਤੀਸਰਾ ਚੜ ਗਿਆ। ਤੀਸਰੇ ਦੇ ਵਿੱਚ ਉਹ ਫਿਰ ਪੱਤੇ ਸੁੱਤੇ ਖਾ ਕੇ ਗੁਜ਼ਾਰਾ ਕਰਨ ਲੱਗ ਗਿਆ। ਜਿਹੜਾ ਭੋਜਨ ਵਾਲਾ ਕੰਮ ਤੇ ਉਹ ਵੀ ਤਿਆਗਤਾ। ਬਿਰਛਾਂ ਨੇ ਪੱਤੀ ਤੋੜ ਕੇ ਚੱਬ ਲਿਆ ਕਰੇ, ਪਾਣੀ ਦੀ ਘੁੱਟ ਪੀ ਲਿਆ ਕਰੇ। ਚੌਥਾ ਮਹੀਨਾ ਉਹਨੇ ਇਸ ਲੋਟ ਕੱਢਿਆ। ਤੀਸਰਾ ਮਹੀਨਾ ਜਦੋਂ ਚੌਥਾ ਆ ਗਿਆ, ਚੌਥੇ ਮਹੀਨੇ ਫਿਰ ਪਾਣੀ ਤੇ ਹੀ ਸਾਰਤਾ। ਫਿਰ ਉਹ ਪੱਤੇ ਖਾਣੇ ਵੀ ਛੱਡਤੇ। ਚੌਥਾ ਮਹੀਨਾ ਪਾਣੀ ਪੀ ਪੀ ਕੇ ਕੱਢਿਆ। ਫਿਰ ਮੂਹਰੇ 5ਵਾਂ ਮਹੀਨਾ ਚੜ੍ਹ ਗਿਆ। ਜਦੋਂ 5ਵਾਂ ਮਹੀਨਾ ਮੂਹਰੇ ਚੜ੍ਹਿਆ, ਧੁਰਵ ਜੀ ਕਹਿੰਦੇ ਹੁਣ ਆਪਾਂ ਪਾਣੀ ਵੀ ਛੱਡ ਦੇ। ਫਿਰ ਹਵਾ ਤੇ ਹੀ ਹੋ ਗਿਆ। ਹਵਾ ਭੱਖ ਲਿਆ ਕਰੇ ਘੁੱਟ ਤੇ ਖੜ ਜਾ ਕਰੇ ਇੱਕੇ ਪੈਰ ਤੇ। ਹਵਾ ਦਾ ਗੁਜ਼ਾਰਾ ਕਰਨ ਲੱਗ ਗਿਆ ਹਵਾ ਤੇ। ਜਦੋਂ 5ਵਾਂ ਮਹੀਨਾ ਬੀਤਣ ਵਾਲਾ ਹੋ ਗਿਆ, 6ਵਾਂ ਚੜ੍ਹਨ ਵਾਲਾ ਹੋ ਗਿਆ, ਫਿਰ ਇੰਦਰ ਦਾ ਆਸਣ ਲੱਗ ਗਿਆ ਡੋਲੇ ਖਾਣ। ਇੰਦਰ ਆਸਣ ਡੋਲੇ ਖਾਂਦਾ ਹੋਇਆ ਤੇ ਭਗਵਾਨ ਦਾ ਵੈਕੁੰਠ ਲੱਗ ਗਿਆ ਗੇੜੇ ਖਾਣ। ਉਧਰੋਂ ਇੰਦਰ ਵੀ ਸੋਚਦਾ ਵੀ ਕਿਸੇ ਭਗਤ ਤੇ ਭੀੜ ਹੈ ਜਾਂ ਕੋਈ ਤਪ ਕਰਦਾ, ਤੇਰਾ ਆਸਣ ਜਿਹਨੇ ਹਿਲਾਤਾ ਤੇਰੀ ਵੀ ਇੰਦਰਾਪੁਤੀ ਜਾਊਗੀ। ਉਧਰੋਂ ਭਗਵਾਨ ਵੀ ਸੋਚਦਾ ਵੀ ਉਹ 5 ਸਾਲ ਦਾ ਬੱਚਾ ਜਿਹੜਾ ਤੇਰੇ ਵਾਸਤੇ ਬੈਠਾ, ਚੱਲ ਮਨਾ ਹੁਣ ਉਹਨੂੰ ਬੈਠਾ। ਭਗਵਾਨ ਨੂੰ ਵੀ ਦੂਬਰ ਹੋ ਗਿਆ। ਉਹਦੀ ਜਿਹੜੀ ਦਿਲ ਦੀ ਤਾਂਘ ਆ ਉਹ ਖਿੱਚੀ ਜਾਂਦੀ ਹੈ। ਭਗਵਾਨ ਗਰੜ ਦੇ ਉੱਤੇ ਸਵਾਰ ਹੋ ਗਏ। ਚਲਾਤਾ ਗਰੜ ਨੂੰ ਜਮਨਾ ਦੇ ਕਿਨਾਰੇ ਬੰਨੀ। ਚੱਲ ਭਾਈ ਉੱਥੇ ਜਿੱਥੇ ਉਹ ਬੱਚਾ ਖੜਾ ਹੈ। ਗਰੜ ਜੀ ਆ ਕੇ ਉਤਰੇ ਤੇ ਉਹ ਖੜਾ ਡੋਲ ਹੋਇਆ, ਅੱਖਾਂ ਮੀਚੀਆਂ ਨੇ, ਇੱਕ ਪੈਰ ਦੇ ਭਾਰ ਖੜਾ। ਭਗਵਾਨ ਜਾ ਕੇ ਖੜ ਕੇ ਸੋਚੀ ਜਾਂਦੇ ਨੇ, ਦੇਖੀ ਜਾਂਦੇ ਨੇ ਵੀ ਇਹ ਹੈ ਅਸਲੀ ਤੇਰਾ ਭਗਤ। ਭਗਤ ਬਥੇਰੇ ਪਰ ਇਹ ਤਾਂ ਇਹਨੇ ਬਚਪਨ ਦੇ ਵਿੱਚ ਹੀ ਹੁਨਰ ਕਰਤਾ। ਕੱਲੀ ਪਾਉਣ ਦੇ ਆਸਰੇ ਖੜਾ, ਇੱਕ ਪੈਰ ਤੇ ਖੜਾ, ਅੱਖਾਂ ਨਹੀਂ ਖੋਲਦਾ ਧੁਰਵ। ਭਗਵਾਨ ਨੇ ਸੋਚਿਆ ਵੀ ਮੇਰਾ ਫੋਟੋ ਇਹਦੇ ਹਿਰਦੇ 'ਚ ਹੈ, ਆਪਾਂ ਆਪਣਾ ਫੋਟੋ ਖਿੱਚ ਲੈ। ਜਿਹੜੀ ਆਪਦੀ ਰੂਹ ਇਹਦੇ ਹਿਰਦੇ 'ਚ ਵਸਾਈ ਹੈ ਉਹਨੂੰ ਬਾਹਰ ਖਿੱਚ ਲੈ, ਫੇਰ ਝਾਕੂ। ਭਗਵਾਨ ਨੇ ਆਪਦੇ ਤੇਜ ਨੂੰ ਉਸ ਨੂੰ ਬਾਹਰ ਖਿੱਚ ਲਿਆ। ਜਦੋਂ ਬਾਹਰ ਖਿੱਚਿਆ ਅੰਦਰੋਂ ਦਿਸਣ ਵੜ ਗਿਆ ਉਹਨੂੰ, ਧੁਰਵ ਨੂੰ। ਉਹਨੇ ਫੇਰ ਅੱਖਾਂ ਪੱਟੀਆਂ ਵੀ ਹੈ ਮੇਰੀ ਉਹ ਕਿੱਧਰ ਗਈ ਜਿਹੜੀ ਮੇਰੀ ਮੂਹਰੇ ਮੂਰਤ। ਦੇਖਿਆ ਤਾਂ ਉਹ ਚਤੁਰਭੁਜੀ ਮੂਹਰੇ ਖੜਾ, ਚਾਰੇ ਭੁਜਾਂ ਧਾਰੀਆਂ ਨੇ, ਪੀਤਾੰਬਰ ਪਹਿਨਿਆ, ਮੋਰ ਮੁਕਟ ਸਿਰ 'ਤੇ, ਚਾਰੇ ਹੱਥਾਂ ਦੇ ਵਿੱਚ ਫੜੇ ਹੋਏ ਨੇ। ਅਤੇ ਉਹ ਹੁਣ ਸੋਚਦਾ ਵੀ ਭਗਵਾਨ ਸ਼ਾਇਦ ਉਹੀ ਹੈ ਜਿਹੜਾ ਨਾਰਦ ਜੀ ਮੈਨੂੰ ਕਹਿ ਕੇ ਗਏ ਵੀ ਇਹੋ ਜਿਹੇ ਹੋਣਗੇ। ਹੁਣ ਮੈਂ ਇਹਨਾਂ ਦੀ ਉਸਤੁਤੀ ਕਿਵੇਂ ਕਰਾਂ? ਮੈਂ ਤਾਂ ਕੁਛ ਜਾਣਦਾ ਨਹੀਂ। ਮੇਰੇ ਕੋਲ ਤਾਂ ਆਹੀ ਮੰਤਰ ਹੀ ਮੰਤਰ ਹੈ ਨਾਰਦ ਜੀਆਂ ਦਾ, ਓਮ ਨਮੋ ਭਗਵਤੇ ਵਾਸੁਦੇਵਾਏ। ਇਹਨਾਂ ਦੀ ਉਸਤੁਤੀ ਕਿਵੇਂ ਕਰਾਂ ਮੈਂ? ਖੜਾ ਸੁਣ, ਝਾਕੀ ਜਾਂਦਾ। ਭਗਵਾਨ ਵੀ ਦੇਖੀ ਜਾਂਦੇ ਉਹਦੇ ਕੰਨੀ। ਭਗਵਾਨ ਜਾਣਗੇ ਵੀ ਹੁਣ ਇਹ ਐਂ ਸੋਚਦਾ ਵੀ ਮੇਰੇ ਕੋਲ ਵਿੱਦਿਆ ਨਹੀਂ, ਮੈਨੂੰ ਕਿਸੇ ਦੀ ਸਿੱਖਿਆ ਨਹੀਂ, ਵੀ ਮੈਂ ਇਹਨਾਂ ਦੀ ਉਸਤੁਤੀ ਕਿਵੇਂ ਕਰਾਂ। ਭਗਵਾਨ ਕੋਲ ਜਿਹੜਾ ਸੰਖ ਤੀ ਫੜਿਆ ਹੋਇਆ ਹੱਥ ਦੇ ਵਿੱਚ, ਉਹ ਸੰਖ ਧੁਰਵ ਦੇ ਗੱਲਾਂ ਨਾਲ ਲਾਤਾ ਹੈ, ਕਪੋਲਾਂ ਨਾਲ। ਇੱਕ ਵਾਰੀ ਇੱਧਰਲੇ ਪਾਸੇ ਲਾਤਾ, ਇੱਕ ਵਾਰੀ ਇੱਧਰਲੇ ਪਾਸੇ ਲਾਤਾ। ਉਹ ਲਾਇਆ ਤੇ ਚਾਰੇ ਵੇਦ ਖੁੱਲ ਗਏ, ਕਵਾੜ ਬਹਿ ਗਈ ਸਰਸਵਤੀ ਆ ਕੇ ਜ਼ਬਾਨ ਤੇ। ਕਿਉਂ ਲੱਗਿਆ ਕਰਨ ਉਸਤੁਤੀਆਂ, ਲਾਤਾ ਉਸਤੁਤੀਆਂ ਦਾ ਢੇਰ। ਫਿਰ ਜਦੋਂ ਸਾਰੇ ਬ੍ਰਹਮੰਡ ਦਾ ਚਾਨਣ ਹੋ ਗਿਆ, ਅੰਦਰ ਪ੍ਰਕਾਸ਼ ਹੋ ਗਿਆ, ਭਗਵਾਨ ਫਿਰ ਬਹੁਤ ਖੁਸ਼ ਹੋਏ। ਬੁੱਕਲ 'ਚ ਲੈ ਲਿਆ ਧੁਰਵ ਨੂੰ, ਲੈ ਬੇਟਾ ਤੇਰੀ ਧੁਰਵ ਭਗਤੀ ਪੂਰਨ ਹੋ, ਹੁਣ ਤੂੰ ਜੋ ਤੇਰੀ ਇੱਛਾ ਵਰਦਾਨ ਮੰਗ ਲੈ। ਉਹ ਕਹਿੰਦਾ ਮਹਾਰਾਜ ਜਦ ਤੁਸੀਂ ਸਾਵੇਂ ਹੀ ਆ ਗਏ ਚੱਲ ਕੇ ਮੈਨੂੰ ਸਾਵਾਂ ਰੂਪ ਦਿਖਾਤਾ, ਮੇਰਾ ਤਾਂ ਜਨਮ ਸਫਲਾ ਹੋ ਗਿਆ, ਮੈਂ ਤਾਂ ਪਾਰ ਬ੍ਰਹਮ ਦਾ ਮਾਲਕ ਹੋ ਗਿਆ।
ਤੇ ਮੈਂ ਤੋਂ ਹਜੇ ਕੁਛ ਮੰਗਾ? ਕਹਿੰਦਾ ਨਹੀਂ ਤੁਰ ਮੰਗਣਾ ਤਾਂ ਤੈਨੂੰ ਪਊਗਾ, ਨਹੀਂ ਮੈਨੂੰ ਦੇਣਾ ਪਊ। ਕਹਿੰਦਾ ਫਿਰ ਤੁਸੀਂ ਆਪੇ ਹੀ ਦੇ ਦਿਓ ਜਿਹੜਾ ਕੁਛ ਦਿੰਦੇ ਹੋ, ਮੈਂ ਤਾਂ ਕੁਛ ਨਹੀਂ ਮੰਗਦਾ। ਅੱਛਾ ਹਾਂ ਬੇਟਾ, ਭਗਤੀ ਦੇ ਵਿੱਚ ਤੂੰ ਸਭ ਤੋਂ ਅੱਗੇ, ਤੇਰੀ ਖਾਤਰ ਮੈਂ ਤੈਨੂੰ ਉੱਚਾ ਲੋਕ ਦੇ ਤੇ ਪਹਿਲੇ 36,000 ਵਰ੍ਹਾ ਤੈਨੂੰ ਤਾਂ ਆਪਣਾ ਰਾਜ ਕਰਨਾ ਪਊ। ਤੂੰ ਰਾਜ ਗੱਦੀ ਦੇ ਮੋਹ ਦੇ ਵਿੱਚ ਆਇਆ, ਇਸ ਕਰਕੇ ਮੈਂ ਤੈਨੂੰ ਪਹਿਲੇ ਰਾਜ ਬਖਸ਼ਦਾ। 36,000 ਵਰ੍ਹਾ ਰਾਜ ਕਰਕੇ ਫਿਰ ਤੂੰ ਆਪਦੇ ਲੋਕ ਚ ਆਏਗਾ। ਫਿਰ ਆ ਤਾਰਾ ਗਣ ਨੇ ਜਦ ਜਿਹੜੇ ਸਾਰੇ ਆ ਆਕਾਸ਼ ਮਾਰਗ ਹੈ, ਚੰਦ ਸੂਰਜ ਹੈ, ਇਹ ਤੇਰੀ ਪਰਕੰਮਿਆਂ ਕਰਿਆ ਕਰਨਗੇ। ਇਹ ਰਾਤ ਦਿਨ ਤੇਰੇ ਆਲੇ ਦੁਆਲੇ ਚੱਲੀ ਗਿਆ ਲਿਆ ਕਰਨਗੇ, ਐਡਾ ਵੀ ਤੈਨੂੰ ਪਦਵੀ ਦੇਊਂਗਾ। ਕਹਿੰਦਾ ਬਹੁਤ ਅੱਛਾ ਮਹਾਰਾਜ। ਪਿਆਰ ਸਤਿਕਾਰ ਦੇ ਕੇ ਭਗਵਾਨ ਨੇ ਧਰਤਾ ਸਿਰ 'ਤੇ ਹੱਥ, ਕਹਿੰਦਾ ਲੈ ਹੁਣ ਇੱਥੋਂ ਤੂੰ ਵਾਪਸ ਵਗ ਜਾ ਘਰ ਨੂੰ, ਹੁਣ ਨਹੀਂ ਤੈਨੂੰ ਭਗਤੀ ਕਰਨ ਦੀ ਲੋੜ, ਭਗਤੀ ਤੇਰੀ ਅਟੱਲ ਹੋ। ਭਗਵਾਨ ਸੱਚਖੰਡ ਨੂੰ ਚਲੇ ਗਏ। ਧੁਰਵ ਜੀ ਇੱਧਰ ਆਪਦੇ ਰਸਤੇ ਮੁੜ ਪਿਆ ਜਿਹੜੇ ਰਸਤੇ ਗਿਆ ਸੀ। ਖੁੱਲ੍ਹੇ ਕਬਾੜ ਵਿਦਿਆ ਦੇ, ਚਾਰੇ ਵੇਦ ਮੂੰਹ ਜ਼ਬਾਨੀ ਯਾਦ ਹੋ ਗਏ, ਪੁਰਾਣ ਗੀਤਾ ਰਮਾਇਣਾ ਸਭ ਉਹ ਯਾਦ ਕਰਦਾ, ਭਗਵਾਨ ਦੇ ਨਾਮ ਨੂੰ ਸਿਮਰਦਾ ਹੋਇਆ ਬਾਟਾ ਨਿਮੇੜਤੀਆਂ, ਕਦੇ 100 ਕੋਹ ਨਿਮੇੜਤੀ, ਕਦੇ 50 ਕੋਹ ਨਿਮੇੜਤੀ, ਐ ਨਿਮੇੜਦਾ ਆਪਦੀ ਪੁਰੀ ਦੇ ਨਜ਼ਦੀਕ ਆ ਲੱਗੇ। ਆਪਦੇ ਬਾਗ ਦੇ ਵਿੱਚ ਆ ਕੇ ਆਸਣ ਲਾ ਲਿਆ। ਉਹ ਬਾਗ ਦੇ ਵਿੱਚ ਜਿਹੜੇ ਮਾਲੀ ਤੇ ਉਹਨਾਂ ਨੇ ਦੇਖਿਆ ਵੀ ਇਹ ਤਾਂ ਉਹੀ ਬਾਦਸ਼ਾਹ ਦਾ ਪੁੱਤਰ ਹੈ। ਧੁਰਬ ਹੈ ਤਾਂ ਧੁਰਬ ਕਹਿੰਦਾ ਹਾਂ ਜੀ ਆ ਗਿਆ, ਕਹਿੰਦੇ ਆ ਗਏ। ਫਿਰ ਤਪ ਕਹਿੰਦਾ ਸਾਰੀਆਂ ਰਿੱਧੀਆਂ ਸਿੱਧੀਆਂ ਲੈ ਕੇ ਆਇਆ ਪਰਮਾਤਮਾ ਨੂੰ ਮੂਹਰੇ ਖੜਾ ਕੇ। ਅੱਛਾ ਹਾਂ ਜਾਓ ਮੇਰੇ ਮਾਤਾ ਪਿਤਾ ਨੂੰ ਸੁਨੇਹੇ ਦੇ ਦਿਓ ਵੀ ਧੁਰਬ ਬਾਗ ਦੇ ਵਿੱਚ ਆ ਗਿਆ। ਔਰ ਮਾਲੀ ਨੇ ਜਾ ਕੇ ਉਤਾਨ ਪਾਤ ਨੂੰ ਸਰਕਾਰ ਨੂੰ ਜਾ ਕੇ ਦੱਸਿਆ ਵੀ ਮਹਾਰਾਜ ਤੇਰਾ ਪੁੱਤਰ ਸਭ ਰਿੱਧੀਆਂ ਸਿੱਧੀਆਂ ਭਗਵਾਨ ਨੂੰ ਪ੍ਰਾਪਤ ਕਰਕੇ ਬਾਗ ਦੇ ਵਿੱਚ ਆ ਪਿਆ। ਜਦੋਂ ਰਾਜਾ ਨੂੰ ਪਤਾ ਲੱਗਿਆ, ਰਾਜਾ ਕਹਿੰਦਾ ਹੈ, ਕਹਿੰਦੇ ਜੀ ਹਾਂ। ਮਾਲੀ ਸੱਚਾ ਹੈ? ਕਹਿੰਦਾ ਸੱਚਾ ਹੈ, ਜਮਾ ਦੇਖ ਜੋ ਚਗਲ ਕੇ ਚੜ੍ਹਦੇ ਸੂਰਜ ਵਰਗਾ ਸਭ ਤੇਜ ਹੈ। ਤੇਰੇ ਪੁੱਤਰ ਦਾ ਉਹ ਨਹੀਂ ਰਿਹਾ ਧੁਰਬ, ਜੇ ਤੂੰ ਸੋਚੇ ਵੀ ਉਹ ਧੁਰਬ ਗਿਓ। ਤੇ ਮੈਂ ਤਾਂ ਉਹਨਾਂ ਦੇ ਕਹੇ ਕਿ ਤੁਹਾਨੂੰ ਸੁਨੇਹਾ ਲਾਉਣੀ ਆ ਗਿਆ। ਫਿਰ ਬਹੁਤ ਅੱਛੇ ਰਤਨਾਂ ਦਾ ਹਾਰ ਬਣਾਇਆ, ਹਾਰ ਬਣਾ ਕੇ ਮਾਲੀ ਦੇ ਗਲ ਦੇ ਵਿੱਚ ਪਾਇਆ ਖੁਸ਼ੀ ਦਾ, ਵੀ ਤੈਂ ਮੈਨੂੰ ਪੁੱਤਰ ਦਾ ਸੁਨੇਹਾ ਲੈ ਕੇ ਦਿੱਤਾ। ਬੜੇ ਬਸਤਰ ਦਿੱਤੇ, ਅੰਨ ਪਾਣੀ ਦਿੱਤਾ, ਬਹੁਤ ਖਾਣ ਵਾਸਤੇ, ਬਹੁਤ ਦਰਬ ਦਿੱਤਾ ਮਾਲੀ ਨੂੰ। ਸਾਰੇ ਪਿੰਡ ਦੇ ਵਿੱਚ ਕਹਿੰਦਾ ਸ਼ਹਿਰ ਦੇ ਵਿੱਚ ਡੌਂਕੀ ਫਿਰਿਆ ਦੇ ਵੀ ਧੁਰਬ ਜੀ ਆ ਗਏ, ਧੁਰਬ ਜੀ ਆ ਗਏ। ਜਿਹਨੇ ਦਰਸ਼ਨ ਕਰਨੇ ਆਓ, ਭਗਵਾਨ ਨੂੰ ਮਿਲ ਕੇ ਆਏ, ਭਗਵਾਨ ਦੀ ਬੁੱਕਲ 'ਚ ਬਹਿ ਕੇ ਆਏ, ਆਓ ਆਪਾਂ ਵੀ ਚੱਲ ਕੇ ਜਨਮ ਸਹੇਲਾ ਕਰੀਏ। ਜਿਹਨੂੰ ਪਤਾ ਲੱਗਦਾ ਗਿਆ ਉਹੀ ਮਾਰ ਛਾਲਾਂ ਜਿਹੜੇ ਹਾਣੀ ਤੇ ਉਹ ਉਦੋਂ ਚੱਲਦੇ ਨੇ ਮੂਹਰੇ ਕਿ ਚਲੋ ਆੜੀ ਨੂੰ ਮਿਲੀਏ। ਆਪਣਾ ਆੜੀ ਤਾਂ ਰੱਬ ਨੂੰ ਪਿਆਰਾ ਹੈ, ਜਿਹਨੇ ਐਡੀ ਕੁ ਛੋਟੀ ਜਿਹੀ ਉਮਰ 'ਚ ਹੀ ਰੱਬ ਨੂੰ ਪਾ ਲਿਆ। ਆਪਣਾ ਵੀ ਜਨਮ ਸਫਲਾ ਹੋ ਜੂ, ਆਪਾਂ ਭਗਤ ਨੂੰ ਮਿਲੀਏ ਆਪਦੇ ਹਾਣੀ ਨੂੰ। ਬੁੜੀਆਂ ਠੇਰੀਆਂ ਵੀ ਚੱਲ ਪਈਆਂ ਘਰਾਂ ਤੋਂ ਵੀ ਐਡਾ ਭਾਗ ਸਾਡੇ ਰਾਜਾ ਦੇ, ਜਿਹਨੇ 5-6 ਮਹੀਨਿਆਂ ਦੇ ਵਿੱਚ ਹੀ ਪਰਮਾਤਮਾ ਨੂੰ ਪਾ ਲਿਆ। ਤੇ ਸੈਂਕੜੇ ਵਰਾਂ ਹਜ਼ਾਰਾਂ ਵਰਾਂ ਬੈਠੇ ਧੂਣੀਆਂ ਤਾਪੀਆਂ ਨੇ ਸਾਧ। ਉਹਨੇ ਬਾਲਕ ਨੇ ਹੱਦ ਹੀ ਕਰਤੀ। ਕਹਿੰਦੇ ਭਾਈ ਬਾਲ ਰੂਪ ਬਸ ਉਸੇ ਦੇ ਹੀ ਹੈ। ਉਹਨੇ ਆਪਦੇ ਰੂਪ ਨੂੰ ਜਾਣ ਕੇ ਵੀ ਆਪ ਹੀ ਬੁੱਕਲ 'ਚ ਲੈ ਲਿਆ। ਆ ਕੇ ਜਦੋਂ ਬਾਗ ਦੇ ਵਿੱਚ ਆਏ, ਕੋਈ ਭੰਗੜੇ ਪਾਉਂਦਾ ਹੁੰਦਾ, ਕੋਈ ਗੀਤ ਗਾਉਂਦਾ ਹੁੰਦਾ, ਕੋਈ ਕਿਵੇਂ ਕੋਈ ਕਿਵੇਂ, ਬਹੁਤ ਸ਼ਹਿਰ ਖੁਸ਼ੀਆਂ ਦੇ ਵਿੱਚ ਆ ਰਿਹਾ। ਫਿਰ ਉੱਠ ਕੇ ਧੁਰਬ ਜੀ ਨੇ ਪ੍ਰਣਾਮ ਕੀਤੀ ਲੰਬਾ ਪੈ ਕੇ, ਮਾਤਾ ਪਿਤਾ ਨੂੰ ਵੀ ਸਾਰੇ ਸ਼ਹਿਰ ਨੂੰ ਹੱਥ ਜੋੜ ਕੇ ਮੂਹਰੇ ਖੜਾ ਹੋ ਗਿਆ। ਮਾਤਾ ਪਿਤਾ ਨੇ ਬੁੱਕਲ 'ਚ ਲੈ ਲਿਆ। ਸੁਣਾਓ ਧੁਰਬ, ਸਾਰਾ ਨਗਰ ਬੈਠਾ, ਨਗਰੀ ਬੈਠੀ ਹੈ, ਬੁੜੀਆਂ ਬਾਲਕ ਸਭ। ਕਹਿੰਦਾ ਪਿਤਾ ਜੀ ਕੋਈ ਸੰਸਾ ਨਾ ਕਰੋ,
ਰਹਿੰਦੀ ਦੁਨੀਆ ਤੱਕ ਤਾਂ ਮੈਂ ਆਪਦਾ ਨਾਮ ਵੀ ਖੱਟਿਆ ਆਇਆ ਪਰਮਾਤਮਾ ਤੋਂ, ਤੇ ਨਾਲ ਤੇਰਾ ਵੀ ਅਮਰ ਕਰਤਾ ਮੈਂ, ਮਾਤਾ ਪਿਤਾ ਦਾ, ਇਹਨਾਂ ਮਾਤਾ ਦਾ ਵੀ ਕਰਤਾ ਦੋਵਾਂ ਦਾ। ਉਹ ਸਰੂਚੀ ਮਾਂ ਦੇ ਵੀ ਜਾ ਕੇ ਪੈਰੀਂ ਡਿੱਗਿਆ, ਮਾਂ ਜਿਹੜੇ ਚਿੱਤ ਐ ਤੀਰ ਚਲਾਏ ਤੇ ਮੈਨੂੰ ਔਸ਼ਧੀ ਹੋ ਗਈ। ਮੈਂ ਇਹਦੇ ਭਾਦਾ ਤਾਂ ਮੈਂ ਤਾਂ ਰੋਗੀਆਂ ਦਾ ਰੋਗੀ ਸੀ, ਮੇਰਾ ਤਾਂ ਰੋਗ ਹੀ ਕੱਟਤਾ ਉਹ ਤੀਰ ਤੇਰੇ ਇਹ ਜੇ ਕਹਿੰਦਾ ਮਾਰੇ ਤੇ ਤੀਰ, ਪਰ ਮੈਨੂੰ ਉਹ ਦਵਾਈ ਬਣ ਗਈ, ਟੀਕਾ ਰੂਪ ਬਣ ਗਈ। ਮਾਂ ਅੱਜ ਉਹ ਜਿਹੜੀ ਚੀਜ਼ ਦੀ ਮਰਜ਼ੀ ਹੈ ਮੈਂ ਭਗਵਾਨ ਤੋਂ ਉਹੀ ਮੰਗ ਸਕਦਾ। ਬੜੀਆਂ ਖੁਸ਼ੀਆਂ ਹੋਈਆਂ। ਹੁਣ ਸਰੂਚੀ ਵੀ ਚੁੱਪ ਕਰ ਗਈ ਵੀ ਮੈਂ ਮਾਰੇ ਤਾਂ ਤੀਰ ਹੀ ਤੇ, ਪਰ ਇਹ ਤਾਂ ਰੱਬ ਨੂੰ ਪਿਆਰਾ ਹੋ ਗਿਆ। ਹੁਣ ਮੇਰੇ ਪੁੱਤ ਨੂੰ ਰਾਜ ਤੇਜ ਕਿੱਥੇ। ਉਧਰੋਂ ਨਾਰਦ ਜੀ ਫੇਰ ਆ ਗਏ। ਨਾਰਦ ਜੀ ਆ ਕੇ ਕਹਿੰਦੇ ਕਿਉਂ ਰਾਜਾ? ਕਹਿੰਦਾ ਜੀ ਕਿਰਪਾ ਹੋ ਗਈ ਤੁਹਾਡੀ ਕਿਰਪਾ ਹੋ ਗਈ। ਉਹ ਬੱਚਾ ਧਰੁਵ ਉਰੇ ਆ, ਇੱਧਰ ਮੈਂ ਤੈਨੂੰ ਇੱਕ ਹੋਰ ਸਿੱਖਿਆ ਦੇ ਦਿਆਂ। ਕਹਿੰਦਾ ਜਿਹੜੇ ਭਰਾ ਨੂੰ ਅੱਜ ਉਹਦੀ ਗੋਦੀ 'ਚ ਖੇਡਦਾ ਦੇਖਦਾ ਥੋੜ੍ਹੇ ਦਿਨ ਹੀ ਹੈ, ਉਹ ਜਾਊਗਾ ਸੈਰ ਕਰਨ, ਉਹਨੂੰ ਇੱਕ ਗੰਧਰਵ ਮਾਰੂਗਾ। ਜਿਹੜੀ ਕਹਿੰਦਾ ਤੇਰੀ ਇਹ ਮਤੇਰ ਮਾਂ ਹੈ, ਕਹਿੰਦਾ ਉਹਦੇ ਵਜੋਗ 'ਚ ਕਮਲੀ ਹੋ ਕੇ ਜਾ ਕੇ ਜੰਗਲ 'ਚ ਅੱਗ ਲਾ ਕੇ ਆਪ ਮੱਚੂਗੀ। ਤੇਰੇ ਨਾਲ ਇਹਨੇ ਧਰੋਹ ਕੀਤਾ, ਇਹਦੇ ਨਾਲ ਵੀ ਆਹ ਹਾਲਤ ਹੋ। ਕਹਿ ਕੇ ਨਾਰਦ ਜੀ ਜੈ ਨਾਰਾਇਣ ਕਰਦੇ ਹੋਏ ਤੁਰ ਗਏ। ਅਖੀਰੀ ਤੁਰ ਹੁਸ਼ਿਆਰ ਹੋ ਗਏ, ਤਕੜੇ ਗੱਭਰੂ ਹੋ ਗਏ। ਰਾਜਾ ਨੇ ਵਿਚਾਰ ਕੀਤਾ ਵੀ ਹੁਣ ਮੇਰਾ ਪੁੱਤਰ ਰਾਜ ਦੇ ਲਾਇਕ ਹੈ। ਵਜ਼ੀਰਾਂ ਨੂੰ ਸੱਦਿਆ, ਅਹਿਲਕਾਰਾਂ ਨੂੰ ਸੱਦਿਆ, ਬੜੇ ਬੜੇ ਅਹੁਦੇਦਾਰਾਂ ਨੂੰ ਬੁਲਾਇਆ। ਹਾਂ ਮਹਾਰਾਜ ਦੱਸੋ। ਕਹਿੰਦਾ ਮੇਰੀ ਇਹ ਰਾਏ ਹੈ ਵੀ ਜੇ ਤੁਸੀਂ ਜੱਗ ਚਲਾ ਦਿਓ, ਆਪਾਂ ਸਵੇਰੇ ਧੁਰਵ ਨੂੰ ਰਾਜ ਤਿਲਕ ਦੇ ਦਈਏ। ਕਹਿੰਦੇ ਮਹਾਰਾਜ ਐਜੂ ਚੰਗਾ ਕੀ ਹੈ, ਦੇ ਤਾਂ ਹੁਕਮ ਰਸੋਈਆਂ ਨੂੰ ਵੀ ਜਾਓ ਵੀ ਖਰੀਦ ਲਿਓ ਸਮਾਨ, ਚਲਾ ਦਿਓ ਜੱਗ, ਅੱਜੇ ਸ਼ੁਰੂ ਕਰ ਦਿਓ। ਧੁਰਵ ਜੀ ਨੂੰ ਬਾਦਸ਼ਾਹ ਚੌਕੀ 'ਤੇ ਬਹਾਊਗਾ, ਗੱਦੀ 'ਤੇ ਆਪਾਂ ਆਪਣਾ ਰਾਜਾ ਧੁਰਵ ਬਣੂਗਾ। ਹੁਣ ਧੁਰਵ ਜੀ ਜਿਹੜੀ ਗੱਲ ਕਹਿੰਦੇ ਨੇ ਸ਼ਹਿਰ 'ਚ ਉਹੀ ਹੋ ਜਾਂਦਾ। ਧੁਰਵ ਜੀ ਜਿਹੜੀ ਗੱਲ ਨੂੰ ਕਹਿੰਦੇ ਨੇ ਉਹੀ ਹੋ ਜਾਂਦਾ। ਸਭ ਨੂੰ ਜੱਜ ਗਿਆ ਵੀ ਇਹ ਤਾਂ ਜਮਾਂ ਹੀ ਪਰਮਾਤਮਾ ਨੂੰ ਮਿਲ ਕੇ ਹੈ। ਜਿੱਥੇ ਆਪਾਂ ਨੂੰ ਜਿਹੜੀ ਚੀਜ਼ ਦੀ ਘਾਟ ਹੁੰਦੀ ਹੈ ਆਪਾਂ ਸੋਚਦੇ ਹੀ ਰਹਿ ਜਾਂਦੇ। ਧੁਰਵ ਪਹਿਲਾਂ ਹੀ ਕਹਿ ਦਿੰਦੇ ਵੀ ਜਾਓ ਇਹ ਤੁਹਾਡੀ ਸੋਚ ਮੁੱਕ ਜੂਗੀ ਸਵੇਰ ਤੋਂ, ਸਭ ਘਾਟਾਂ ਪੂਰੀਆਂ ਹੋ ਜਾਣਗੀਆਂ, ਕੋਈ ਘਾਟ ਨਹੀਂ ਰਹਿ ਸਕਦੀ ਮੇਰੇ ਪਿਤਾ ਦੇ ਰਾਜ ਦੇ ਵਿੱਚ। ਇਸ ਦਾ ਅਲਾਪ ਕਰਦੇ ਹੋਏ ਸਾਰਾ ਜਿੱਥੇ ਤੱਕ ਉਤਾਨ ਪਾਤ ਦਾ ਰਾਜ ਸੀ, ਉਹਦੇ ਸ਼ਹਿਰ 'ਚ ਤਾਂ ਕੀ ਕਮੀ ਰਹਿਣੀ ਸੀ, ਉੱਥੇ ਤੱਕ ਵੀ ਸਭ ਕਮੀਆਂ ਦੁਨੀਆ ਦੀਆਂ ਪਰਜਾ ਦੀਆਂ ਦੂਰ ਹੋ ਗਈਆਂ। ਸਾਰੀਆਂ ਮੌਜਾਂ ਆਪੋ ਆਪਦੇ ਘਰੇ ਲਾ ਕੇ ਮਾਰਨ। ਜੇ ਕੋਈ ਚੋਰ ਠੱਗ ਠੀਕ ਆ ਮਾੜਾ ਮੋਟਾ, ਉਹ ਵੀ ਢਨਾਡ ਹੋ ਗਿਆ, ਉਹਨੂੰ ਚੋਰੀਆਂ ਕਰਨ ਦੀ ਕੀ ਲੋੜ ਜਦੋਂ ਉਹਦੇ ਘਰੇ ਗੁਜ਼ਾਰਾ ਹੁੰਦਾ। ਇਸ ਤਰ੍ਹਾਂ ਦਾ ਰਾਜ ਕਰਦੇ ਕਰਦੇ ਫਿਰ ਉਤਾਨ ਪਾਤ ਨੇ ਅਗਲੇ ਦਿਨ ਉਹਨੂੰ ਧੁਰਵ ਨੂੰ ਰਾਜਗੱਦੀ ਦੇ, ਲੈ ਬੇਟਾ ਰਾਜ ਨੂੰ ਚਲਾ, ਪੁੱਤਰ ਦੀ ਸਮਾਨ ਪਰਜਾ ਦੀ ਪਾਲਣਾ ਕਰ। ਅੱਜ ਵਾਲੇ ਰਾਜਾ ਨਹੀਂ ਥੇ ਉਦੋਂ ਭਾਈ, ਉਹ ਰਾਜੇ ਇਹੋ ਜਿਹੇ, ਉਹ ਤਾਂ ਪਰਜਾ ਨੂੰ ਪੁੱਤਰ ਦੀ ਸਮਾਨ ਪਾਲਦੇ ਤੇ। ਅੱਜ ਪਰਜਾ ਨੂੰ ਖਾਣ ਵਾਲੇ ਰਾਜੇ ਨੇ ਜਿਹੜੇ ਅੱਜ ਦੇ ਰਾਜੇ ਨੇ ਸਾਡੇ। ਉਧਰ ਮੋਦੀ ਤਾਂ ਕਹਿੰਦੇ ਹਿੰਦੁਸਤਾਨ ਨੂੰ ਮੈਂ ਸੜਪ ਜਾ, ਇੱਧਰ ਕੈਪਟਨ ਵਰਗੇ ਤੇ 400 ਕਿੱਲਾ ਵੇਚ ਕੇ ਇਹ ਢਿੱਡਾਂ 'ਚ ਪਾ ਕੇ ਤੁਰ ਗਏ। ਬਾਦਲ ਵਰਗੇ ਤੇ ਉਹ ਵੇਚ ਗਏ, ਜਿੰਨੀਆਂ ਸ਼ਾਮਲਾ ਟਾਡੀਆਂ ਸਭ ਉਹ ਵੇਚ ਕੇ ਡੰਡੀ ਪੈ ਗਏ। ਅੱਜ ਇਹ ਰਾਜੇ ਨਹੀਂ ਵੀ ਅਸੀਂ ਇਹਨਾਂ ਨੂੰ ਐਂ ਕਹੀਏ ਵੀ ਇਹ ਸਾਡੇ ਰਖਵਾਲੇ ਨੇ। ਸਾਡੀ ਕੋਈ ਸੱਦ ਨਹੀਂ, ਕੋਈ ਪੁੱਛ ਨਹੀਂ। ਇਹ ਕੁਰਸੀਆਂ ਮੈਨੂੰ ਝਾਕਦੇ ਨੇ ਹਲਕੇ ਕੁੱਤੇ ਵਾਂਗੂ। ਉਹ ਕਹਿੰਦਾ ਮੇਰੀ ਨਾ ਕੁਰਸੀ ਖੁੱਸ ਜੇ, ਉਹ ਕਹਿੰਦਾ ਮੇਰੀ ਨਾ ਕੁਰਸੀ ਖੁੱਸ ਜੇ। ਦੁਨੀਆ ਨੂੰ ਪਾਲਣ ਵਾਲੀ ਕਾਰਨ ਕੋਈ, ਇਹ ਸਭ ਇੱਕੋ ਹੀ ਹੋਏ ਨੇ। ਪਰ ਮੈਂ ਤਾਂ ਇੱਥੇ ਪ੍ਰਚਾਰ ਕਰਦਾ ਹੁਣ ਆਪਦੇ ਨਗਰ 'ਚ ਵੀ ਇਹ ਤੁਸੀਂ ਇਹਨਾਂ ਨੂੰ ਤੁਸੀਂ ਆਪਣੇ ਆਪਦੇ ਦੇਸ਼ ਦੇ ਬੰਦੇ ਗਿਣਦੇ ਹੋ, ਇਹ ਉਹ ਬੰਦੇ ਨਹੀਂ ਹਨ। ਇਹ ਤਾਂ ਜਿਹੜੇ ਸਤਿਯੁਗ ਦੇ ਵਿੱਚ ਵੱਡੇ ਤੇ ਆਦਿ ਸ਼ਕਤੀ ਨੇ, ਚੰਡੀ ਨੇ, ਰਕਤ ਵੀ ਜੋਰ, ਇਹ ਮੁੜ ਕੇ ਪੈਦਾ ਹੋ ਗਏ, ਇਹ ਮੁੜ ਕੇ ਆਪਾਂ ਨੂੰ ਖਾਣ ਲੱਗ ਗਏ। ਇਹੋ ਜਿਹੇ ਰਾਜ ਤੋਂ ਤਾਂ ਐਵੇਂ ਚੰਗੇ, ਇਹ ਜਿਹੇ ਰਾਜ ਤੋਂ ਕੀ ਕਰਾਉਣਾ। ਕੱਲ੍ਹ ਇੱਥੇ ਗੱਲ ਚੱਲ ਪਈ, ਕਹਿੰਦੇ ਜੀ ਅੰਗਰੇਜ਼ ਦਾ ਰਾਜ। ਮੈਂ ਕਿਹਾ ਅੰਗਰੇਜ਼ ਦਾ ਰਾਜ ਤਾਂ ਬੜਾ ਵਧੀਆ ਸੀ। ਇਹਨੂੰ
ਇਹ ਹੋਏ ਨੇ ਇਹ ਜਿਹੇ ਤਾਂ ਔਰੰਗਜ਼ੇਬ ਜਿਹਨੇ ਰਾਜ ਕੀਤਾ ਦਿੱਲੀ ਦਾ, ਉਹ ਵੀ ਇਹਨਾਂ ਤੋਂ ਪਰੇ ਸੀ। ਉਹ ਵੀ ਚਾਹੇ ਕੁਛ ਸੀ, ਟੱਕਰ ਲੱਗ ਗਈ, ਜ਼ੁਲਮ ਕਰਨ ਲੱਗ ਗਿਆ, ਪਰ ਉਹਨੇ ਰਾਜ ਦੇ ਵਿੱਚੋਂ ਰੋਟੀ ਨਹੀਂ ਖਾਧੀ ਜਿੰਨਾ ਚਿਰ ਜਿਉਂ ਔਰੰਗਜ਼ੇਬ ਨੇ। ਸਿਰ ਦੀਆਂ ਟੋਪੀਆਂ ਸਿਉਂ ਕੇ ਆਪਦੇ ਹੱਥਾਂ ਨਾਲ ਕਿਸੇ ਨੂੰ ਵੇਚਣ ਭੇਜਦਾ, ਉਹਨਾਂ ਦੇ ਜਿਹੜੇ ਪੈਸੇ ਬਣਦੇ ਉਹਨਾਂ ਦੀ ਰੋਟੀ ਖਾਂਦਾ ਸੀ ਔਰੰਗਜ਼ੇਬ। ਇਹ ਅੱਜ ਸਿੱਧੇ ਨਹੀਂ ਤਾਂ ਖਜ਼ਾਨੇ ਹੜੱਪ ਕਰੀ ਜਾਂਦੇ ਨੇ, ਨਹੀਂ ਦੁਨੀਆ ਨੂੰ ਹੜੱਪ ਕਰੀ ਜਾਂਦੇ ਨੇ, ਕੀ ਇਹਨਾਂ ਨੂੰ ਰਾਜੇ ਕਹੀਏ। ਸੋ ਇਸ ਤਰ੍ਹਾਂ ਦਾ ਰਾਜ ਕਰਦਾ ਕਰਦਾ ਧੁਰਬ ਜੀ ਰਾਜ ਗੱਦੀ 'ਤੇ ਬੈਠ ਕੇ ਉਤਾਨਪਾਦ ਰਾਜਾ ਸੀ ਜਿਹੜਾ ਤਪ ਕਰਨ ਦੇ ਲਈ ਜੰਗਲਾਂ ਨੂੰ ਤੁਰ ਗਿਆ। ਜੰਗਲ ਦੇ ਵਿੱਚ ਪਹੁੰਚ ਗਿਆ ਧੁਰਬ ਨੇ 26,000 ਬੜਾ ਤਪ ਰਾਜ ਫਿਰ ਸਾਹਮਣੇ ਰਾਜ ਕਰਦੇ ਕਰਦੇ ਜਿਹੜਾ ਉਹਦਾ ਭਰਾ ਸੀ ਛੋਟਾ, ਉਹ ਫਿਰ ਉੱਤਮ, ਉਹ ਚਲਿਆ ਗਿਆ ਸੈਰ ਕਰਨ। ਉਹ ਕਵੇਰ ਦੇ ਸਿਵਰ 'ਚ ਜਾ ਵੜਿਆ। ਜਦੋਂ ਕਵੇਰ ਕੋਲ ਗਿਆ ਉੱਥੇ ਯਕਸ਼ਾਂ ਨੇ, ਕਿੰਨਰਾਂ ਨੇ, ਗੰਧਰਵਾਂ ਨੇ ਦੇਖਿਆ ਉਹਨੂੰ। ਉਹ ਕਹਿੰਦੇ ਵੀ ਤੂੰ ਇੱਥੇ ਕਿਵੇਂ ਆ ਵੜਿਆ? ਤਾਂ ਸਾਡਾ ਤਾਂ ਕਵੇਰ ਦਾ ਇਹ ਸਿਵਰ ਹੈ। ਉਹ ਕਹਿੰਦਾ ਚੱਲਦਾ ਫਿਰਦਾ ਮੈਂ ਵੀ ਆ ਗਿਆ ਐਵੇਂ ਜਿਵੇਂ। ਉਹ ਕਹਿੰਦੇ ਫਿਰ ਜਾ ਤੁਰ। ਉਹ ਕਹਿੰਦਾ ਯਾਰ ਮੈਨੂੰ ਆਰਾਮ ਤਾਂ ਕਰ ਲੈਣ ਦਿਓ। ਕਹਿੰਦੇ ਕੱਲ੍ਹ ਨੂੰ ਕਹੇਗਾ ਮੇਰੇ ਬਾਗ ਆਰਾਮ ਕੀਤਾ ਹੀ ਹੈ। ਉਹ ਥੱਲੇ ਉਹਨਾਂ ਦੀ ਤੂੰ ਮੈਂ ਹੋ ਗਈ। ਇੱਕ ਬਲਵਾਨ ਗੰਧਰਵ ਸੀ ਜਿਹਨੇ ਉਹਨੂੰ ਮਾਰਤਾ, ਉੱਤਮ ਮਾਰਤਾ। ਧੁਰਵੀਆਂ ਕੋਲ ਵੀ ਸੁਨੇਹਾ ਜਾ ਵੜਿਆ। ਧੁਰਵੀਆਂ ਕੋਲ ਜਦੋਂ ਸੁਨੇਹਾ ਜਾ ਵੜਿਆ ਵੀ ਜਿਹੜਾ ਤੇਰਾ ਭਰਾ ਉੱਤਮ ਸੀ ਉਹ ਯਕਸ਼ਾਂ ਗੰਧਰਵਾਂ ਨੇ ਮਾਰਤਾ, ਕਿੰਨਰਾਂ ਨੇ ਰਲ ਕੇ। ਉਹ ਮਾਤਾ ਸੀ ਜਿਹੜੀ ਉਹਦੀ ਸੁਰੁਚੀ, ਉਹ ਪੁੱਤਰ ਦਾ ਮਰਨਾ ਸੁਣ ਕੇ ਕਮਲੀ ਹੋ ਗਈ, ਬਾਵਰੀ ਹੋ ਗਈ। ਕਮਲੀ ਹੋ ਕੇ ਨਿਕਲ ਗਈ ਗਾਹਾਂ ਜੰਗਲ ਦੇ ਵਿੱਚ। ਘਾਹ ਫੂਸ ਨੂੰ ਲਾ ਕੇ ਅੱਗੋਂ ਉਹਨੇ ਆਪਦੀ ਦੇ ਉਹਦੇ 'ਚ ਫੂਕ। ਨਾਰਦ ਦਾ ਸ਼ਲੋਕ ਵੀ ਕਿਹਾ ਸੱਚਾ ਹੋ ਗਿਆ। ਉਹ ਮੁੱਕ ਗਏ। ਫਿਰ ਇਹਨੇ ਜਾ ਕੇ ਗੰਧਰਵਾਂ ਨਾਲ ਯੁੱਧ ਕੀਤਾ। ਫਿਰ ਧੁਰਬ ਨੇ ਬਹੁਤ ਸਾਰੇ ਗੰਧਰਵ ਮਾਰੇ। ਅਖੀਰੀ ਕਮੇਰ ਨੂੰ ਵੀ ਪਤਾ ਲੱਗ ਗਿਆ ਵੀ ਧੁਰਬ ਜੀ ਆ ਗਿਆ। ਕਵੇਰ ਵੀ ਹਥਿਆਰ ਲੈ ਕੇ ਆ ਕੇ ਜੰਗ ਦੇ ਵਿੱਚ ਡਟ ਗਏ। ਦੋਵੇਂ ਤਰ੍ਹਾਂ ਜੰਗ ਲੱਗੀਆਂ। ਜਦੋਂ ਕਰਨ ਕਮੇਰ ਤੇ ਧੁਰਬ ਦਾ ਜੰਗ ਛਿੜਿਆ, ਧੁਰਬ ਜੀਆਂ ਨੇ ਜਿੰਨੇ ਕਮੇਰ ਦੇ ਅਸਤਰ ਸ਼ਾਸਤਰ ਤੇ ਸਭ ਫੇਲ ਕਰਤੇ। ਫੇਲ ਕੀਤੇ ਤਾਂ ਫਿਰ ਸੋਚਿਆ ਕਵੇਰ ਨੇ ਵੀ ਮਨਾ, ਹੁਣ ਆਪਾਂ ਇੱਥੇ ਬਰਮਾਸਤਰ ਛੱਡ ਦੇ, ਨਾਰਾਇਣ ਕਵਚ ਛੱਡ ਦੇ, ਇਹ ਛੱਡ, ਇਹ ਤੋਂ ਬਿਨਾਂ ਇਹ ਲੋਟ ਨਹੀਂ ਆਉਣਾ। ਕਵੇਰ ਜੀ ਨੇ ਨਾਰਾਇਣ ਕਵਚ ਨੂੰ ਪਾ ਲਿਆ। ਉਧਰ ਧੁਰਬ ਨੇ ਦੇਖਿਆ ਵੀ ਨਾਰਾਇਣ ਕਵਚ ਛੱਡੂਗਾ, ਉਧਰੋਂ ਧੁਰਬ ਨੇ ਆਪਦਾ ਨਾਰਾਇਣ ਕਵਚ ਚੱਕ ਲਿਆ। ਜਦੋਂ ਉਹ ਚੱਕਿਆ ਤਾਂ ਨਾਰਦ ਨੂੰ ਫੇਰ ਘੱਲਿਆ ਭਗਵਾਨ ਨੇ। ਜਾ ਕਹਿੰਦਾ ਸੁਰਗ ਦੇ ਵਿੱਚ ਉੱਥੋਂ ਸਵੈਮ ਭਵਾਨੂ ਨੂੰ ਫੜ, ਉਹਨੂੰ ਫੜ ਵੀ ਦੇ ਤੇ ਉਧਰ ਤੇਰਾ ਪੋਤਾ ਕੀ ਕਰ ਰਿਹਾ? ਉਹਨਾਂ ਦਾ ਤਾਂ ਕਿਸੇ ਨਹੀਂ ਵਿਗੜਨਾ, ਉਹ ਤਾਂ ਦੇਵਤਾ ਹੈ, ਇਹ ਭਗਵਾਨ ਦਾ ਭਗਤ ਹੈ। ਇਹ ਪਰ ਭਾਂਡੇ ਨੂੰ ਫੂਕ ਦੇਣਗੇ ਜੇ ਇਹ ਅਸਰ ਚੱਲ ਗਏ ਦੋਏ। ਉਧਰੋਂ ਤਾਂ ਉਹ ਆ ਗਏ ਤੇ ਉਧਰੋਂ ਉਹ ਆ ਗਏ। ਉਧਰੋਂ ਦੇਵਤਿਆਂ ਨੇ ਰੋਕਿਆ ਕਿ ਇਹਨੂੰ ਕਵੇਰ ਨੂੰ ਵੀ ਕਵੇਰ ਕੀ ਕਰਦਾ ਹੈ, ਖਬਰਦਾਰ ਦੇਖੀ ਚਲਾ ਦੇ। ਉਧਰ ਆ ਗਏ ਮਨੂਰ ਹੀ, ਉਹ ਆ ਕੇ ਕਹਿੰਦੇ ਬੇਟਾ ਖਬਰਦਾਰ ਜੇ ਕਬਜ਼ ਚਲਾ, ਉਹ ਤੁਸੀਂ ਸੰਸਾਰ ਖਤਮ ਕਰਨਾ ਤੁਹਾਡਾ, ਤੁਸੀਂ ਇਹ ਕੀ ਕਰਦੇ ਹੋ? ਸਵੈਮ ਮੈਨੂੰ ਸੱਤ ਰੂਪਾ ਕਹਿਣ ਲੱਗੀ ਬੇਟਾ ਇਹ ਕੰਮ ਤੇਰਾ ਮਾੜਾ। ਫਿਰ ਗੱਲ ਹੋ ਰਿਹਾ, ਨਾਰਦ ਜੀ ਆ ਪਹੁੰਚੇ ਵਿਚਾਲੇ। ਨਾਰਦ ਕਹਿੰਦਾ ਧੁਰਬ ਭਗਵਾਨ ਦੇ ਪਿਆਰੇ ਕਦੇ ਕਿਸੇ ਤੇ ਪਾਪ ਨਹੀਂ ਕਮਾਉਂਦੇ, ਤੂੰ ਭਗਵਾਨ ਦਾ ਪੁੱਤਰ ਹੀ ਮੰਨ ਤੇ ਤੂੰ ਇਹ ਕਿੱਤਾ ਕੀ ਬਿੜ ਲਿਆ? ਕਹਿੰਦਾ ਜੀ ਇਹਨਾਂ ਨੇ ਮੇਰਾ ਭਰਾ ਮਾਰਤਾ। ਕਹਿੰਦਾ ਨਹੀਂ ਖਬਰਦਾਰ ਦੇਖੀ ਇਹ ਅਸਰ ਛੱਡ ਦੇ। ਕਵੇਰ ਨੂੰ ਜਾ ਕੇ ਕਹਿਣ ਲੱਗੇ ਕਵੇਰ ਇਹ ਤੂੰ ਐਡਾ ਵੱਡਾ ਦੇਵਤਾ ਹੋ ਕੇ ਤੇ ਤੂੰ ਇਹ ਕੀ ਕਮਲ ਕੁੱਟਣ ਲੱਗੇ? ਦੇਵਤਿਆਂ ਦਾ ਆਹ ਕੰਮ ਹੈ ਵੀ ਦੁਨੀਆ ਨੂੰ ਖਾ ਜਾਓ, ਨਿਮੇੜ ਦਿਓ। ਦੇਵਤੇ ਤਾਂ ਰਾਖੀ ਕਰਦੇ ਹੁੰਦੇ ਨੇ ਪ੍ਰਜਾ ਦੀ,
ਤੇ ਤੂੰ ਇਹ ਕੀ ਕੀਤਾ ਛੇੜਿਆ? ਕਹਿੰਦਾ ਜੀ ਉਧਰੋਂ ਉਹਨੇ ਬਹੁਤ ਮੇਰਾ ਨੁਕਸਾਨ ਕਰਤਾ ਧੁਰਬ ਨੇ। ਕਹਿੰਦਾ ਨੁਕਸਾਨ ਤਾਂ ਕਰਿਆ, ਉਹਦਾ ਭਰਾ ਮਾਰਿਆ ਤੇਰੇ। ਕਹਿੰਦਾ ਰੱਬ ਨੇ ਤੈਂ ਕਿਸੇ ਨੂੰ ਪੁੱਛਿਆ ਵੀ ਕਿਉਂ ਮਾਰਿਆ ਉਹ? ਤੂੰ ਪਹਿਲਾਂ ਇਹ ਪੜਤਾਲ ਕਰੀ ਵੀ ਜਿਹਦਾ ਕੋਈ ਕਮਲਾ ਕੁੱਟਿਆ ਤੀ, ਜਿਹਨੇ ਕੋਈ, ਉਹਨੂੰ ਫੜ ਕੇ ਸਜ਼ਾ ਦਿੰਦਾ, ਫਿਰ ਤਾਂ ਤੂੰ ਘੁਮੇਰ ਤੀ। ਹੁਣ ਤੂੰ ਘੁਮੇਰ ਕਾਹਦਾ? ਫਿਰ ਹੁਣ ਕਹਿੰਦਾ ਜੀ ਹੁਣ ਦੇਖੋ, ਉੱਧਰੋਂ ਉਹਨੂੰ ਧੁਰਬ ਨੂੰ ਕਿਹਾ ਚੱਲ ਬੇਟਾ ਕਬੀਰ ਜੀ ਨੂੰ ਮਾਫੀ ਮੰਗ। ਲੈ ਕੇ ਬਨੂਰੀ ਉਹ ਕਬੀਰ ਕੋਲੇ ਆ ਗਏ। ਹਾਂਜੀ ਦੱਸੋ? ਕਹਿੰਦਾ ਮਹਾਰਾਜ ਕਬੀਰ ਜੀ ਹੱਥ ਬੰਨ੍ਹ ਕੇ ਖੜ ਗਿਆ। ਕਹਿੰਦਾ ਮਹਾਰਾਜ ਜੋ ਹੋ ਗਿਆ ਸੋ ਹੋ ਗਿਆ, ਸਾਡਾ ਅਪਰਾਧ ਮੈਨੂੰ ਮਾਫ ਕਰ। ਕਹਿ ਤੇਰਾ ਹੱਕ ਤੀ, ਤੂੰ ਬਾਦਸ਼ਾਹ ਤੀ, ਮਾਲਕ ਤੀ ਆਪਦੀ ਪੁਰੀ ਦਾ, ਤੂੰ ਇਹ ਦੇਖਦਾ ਵੀ ਇਹਦੇ 'ਚ ਅਪਰਾਧ ਕੀ ਹੈ? ਉਹਨੂੰ ਸਜ਼ਾ ਦਿੰਦਾ, ਤੂੰ ਉਲਟਿਆ ਯੁੱਧ ਕਰਨ ਡਹਿ ਗਿਆ। ਕਹਿੰਦਾ ਜੀ ਮੈਨੂੰ ਮਾਫ ਕਰੋ। ਉੱਧਰੋਂ ਧੁਰਬ ਨੇ ਕਹਿਤਾ, ਕਹਿੰਦਾ ਜੀ ਮੇਰੇ ਤੋਂ ਜਿਹੜਾ ਅਪਰਾਧ ਹੋ ਗਿਆ, ਮੈਂ ਇੰਨੇ ਮਾਰ ਬੈਠਾ ਤੁਹਾਡੇ ਬੰਦੇ, ਮੈਨੂੰ ਵੀ ਖਿਮਾ ਕਰ ਦਿਓ, ਮੈਨੂੰ ਵੀ ਮਾਫ ਕਰ ਦਿਓ। ਧੁਰਬ ਜੀ ਨੂੰ ਮਾਫ ਕਰਕੇ ਕਬੀਰ ਜੀ ਕਹਿਣ ਲੱਗੇ ਅੱਛਾ ਹੁਣ ਮੇਰੇ ਤੋਂ ਵਰਦਾਨ ਲੈ ਲੈ, ਫਿਰ ਜਿਹੜਾ ਲੈ ਜੋ ਮਰਜ਼ੀ ਹੈ ਮੰਗ ਲੈ ਤੂੰ। ਧੁਰਬ ਜੀ ਕਹਿਣ ਲੱਗੇ ਅੱਛਾ ਮੈਨੂੰ ਜੇ ਤੂੰ ਖੁਸ਼ ਹੈ ਵਰਦਾਨ ਦੇ ਕੇ ਤਾਂ ਇਹ ਵਰਦਾਨ ਦੇ, ਮੇਰੇ ਮਨ ਦੇ ਵਿੱਚ ਜਦ ਤੱਕ ਮੇਰਾ ਸਰੀਰ ਹੈ ਕ੍ਰੋਧ ਨਾ ਮੇਰੇ ਅੰਦਰ ਵੜੇ, ਇਹ ਵਰਦਾਨ ਦੇ। ਕਹਿੰਦਾ ਜਾ ਤਥਾਸਤੂ ਐਸਾ ਹੀ। ਉੱਥੋਂ ਉਹਨਾਂ ਦਾ ਰਾਜ ਬੰਦਿਆ ਕਰਾ ਕੇ ਲਿਆ ਕੇ ਤਖਤ 'ਤੇ ਧੁਰਬ ਨੂੰ ਬਹਾਤਾ ਤੇ ਉੱਧਰੋਂ ਕਬੀਰ ਨੂੰ ਸਮਝਾਤਾ। ਲੱਗ ਗਿਆ ਰਾਜ ਕਰਨ ਧੁਰਬ। ਰਾਜ ਕਰਦਿਆਂ ਕਰਦਿਆਂ ਸਿਰੇ ਗੱਲ ਉੱਪੜ ਗਈ ਤੇ 36,000 ਵਰ੍ਹਾ ਬੀਤ ਚੁੱਕਿਆ। ਜਦੋਂ 36,000 ਤੋਂ ਉੱਤੇ ਚੱਲਣ ਲੱਗਿਆ ਕੰਮ, ਧੁਰਬ ਸੋਚਦਾ ਵੀ ਜਿਹੜਾ ਭਗਵਾਨ ਨੇ ਆਪਾਂ ਨੂੰ ਕਿਹਾ ਸੀ ਉਹ ਤਾਂ ਆਪਾਂ ਕਰਤਾ, ਹੁਣ ਤਾਂ ਆਪਣਾ ਫਜ਼ੂਲ ਹੈ, ਹੁਣ ਤਾਂ ਆਪਾਂ ਇਹਨੂੰ ਰਾਜ ਨੂੰ ਛੱਡੀਏ ਤੇ ਫਿਰ ਆਪਾਂ ਉੱਥੇ ਆਪਦੇ ਲੋਕ ਨੂੰ ਚੱਲੀਏ। ਫਿਰ ਆਪਦਾ ਪੁੱਤਰ ਉਤਕਲ ਸੱਦ ਲਿਆ। ਦੋ ਪੁੱਤਰ ਦੇ ਧੁਰਬ ਜੀ ਦੇ, ਇੱਕ ਉਤਕਲ ਸੀ ਇੱਕ ਬਤਕਲ ਸੀ। ਜਿਹੜਾ ਵੱਡਾ ਸੀ ਉਹਨੂੰ ਪੁੱਤਰ ਨੂੰ ਸੱਦ ਕੇ ਤੇ ਜੱਗ ਦਾ ਆਰੰਭ ਕਰ ਲਿਆ, ਗਰੀਬਾਂ ਨੂੰ ਰੋਟੀ ਲੰਗਰ ਛਕਾਉਣ ਲੱਗ ਗਏ। ਉੱਧਰੋਂ ਉਹਨੂੰ ਰਾਜ ਤਿਲਕ ਦੇ ਦਿੱਤਾ। ਲੈ ਪੁੱਤਰ ਸਮਝਾਇਆ ਸਾਰਾ ਗੱਲ, ਕਹਿੰਦਾ ਦੇ ਪਹਿਲਾਂ ਤਾਂ ਮੇਰੇ ਪਿਤਾ ਦਾ ਰਾਜ ਸੀ ਇਹ ਉਤਾਰਬਾਦ ਦਾ, ਉਦੋਂ ਬਾਅਦ ਉਹ ਮੈਨੂੰ ਦੇ ਗਏ ਰਾਜ, ਮੈਂ ਹੁਣ ਤੈਨੂੰ ਦੇ ਚੱਲਿਆ। ਪਰ ਬੇਟਾ ਜਿੱਥੋਂ ਤੱਕ ਮੇਰਾ ਰਾਜ ਹੈ ਉੱਥੇ ਤੂੰ ਸਾਰੇ ਪਿੰਡ ਪਿੰਡ ਜਾ ਕੇ ਗਲੀ ਫਿਰਿਆ, ਤੈਨੂੰ ਕੋਈ ਚੋਰ ਨਹੀਂ ਮਿਲੂ, ਤੈਨੂੰ ਕੋਈ ਠੱਗ ਨਹੀਂ ਮਿਲੂ, ਕੋਈ ਬਦਮਾਸ਼ ਨਹੀਂ ਮਿਲੂ। ਜਿੱਥੇ ਤੱਕ ਵੀ ਜਾਣਾ ਜਾਇਆ ਮੇਰੇ ਸਾਰੇ ਰਾਜ ਦੇ ਵਿੱਚ। ਰਾਜ ਦੇ ਵਿੱਚ ਜਦੋਂ ਮੈਂ ਤੋੜ ਹੀ ਨਹੀਂ ਛੱਡੀ ਕਿਸੇ ਨੂੰ, ਚੋਰੀ ਡਾਕੇ ਤਾਂ ਕਰੂ ਜੇ ਕਿਸੇ ਨੂੰ ਭੁੱਖ ਹੋਵੇ। ਭੁੱਖੇ ਮਰਦਿਆਂ ਨੂੰ ਮੈਂ ਅੰਨ ਰਚ ਕੇ ਦਿੱਤਾ ਤੇ ਇਸੇ ਮੇਰੇ ਤਰੀਕੇ ਨਾਲ ਹੀ ਤੈਂ ਰਾਜ ਕਰਨਾ ਹੋਊ। ਆਪਦੀ ਪੁੱਤਰ ਦੇ ਸਮਾਨ ਸਮਝੀ, ਪਰਜਾ ਨੂੰ ਦੇਖੀ ਕਿਸੇ ਵੀ ਨੇ ਟੇਢਾ ਪਿੰਗਾ ਝਾਕ ਪੇ ਨਾ, ਇੱਕ ਨਿਗਾਹ ਨਾ ਦੇ। ਰੱਬ ਦਾ ਭਜਨ ਕਰਦਾ ਨੇ, ਤੇਰੇ ਸਾਰੇ ਕੰਮ ਸਹੀ ਹੋਣ। ਇਹ ਵਰਦਾਨ ਦੇ ਕੇ ਸਮਝਾ ਕੇ ਸਾਰੀ ਗੱਲ ਲੈ ਬੇਟਾ। ਕਹਿੰਦਾ ਕਿ ਹੋਰ ਮੇਰਾ ਇੱਕ ਦ੍ਰਿਸ਼ਟਾਂਤ ਹੋਰ ਵੀ ਸੁਣ ਲੈ। ਕਹਿੰਦਾ ਜੀ ਉਹ ਵੀ ਸੁਣਾ ਦੇ। ਕਹਿੰਦਾ ਕਿਸੇ ਰਾਜਾ ਦੇ ਸ਼ਹਿਰ ਦੇ ਵਿੱਚ ਇਹ ਕਿਸੇ ਚੋਰ ਨੇ ਚੋਰੀ ਕਰ ਲਈ। ਉਹ ਸ਼ਹਿਰ ਦੇ ਰਾਜਾ ਨੇ ਪੈਸੇ ਤੇ ਲੈਂਦੇ ਨੇ, ਉਹ ਹੌਲੀ ਹੌਲੀ ਪਤਾ ਲੱਗ ਗਿਆ ਵੀ ਫਲਾਣੇ ਚੋਰ ਨੇ ਕਰੀਏ। ਰਾਜੇ ਨੇ ਉਹ ਚੋਰ ਫੜ ਲਿਆ। ਕਹਿੰਦਾ ਜੀ ਅੱਛਾ। ਉਹ ਚੋਰ ਫੜ ਕੇ ਕਹਿੰਦਾ ਰਾਜੇ ਦੇ ਪੇਸ਼ ਹੋ ਗਿਆ। ਪੇਸ਼ ਹੋਇਆ, ਉਹਨੂੰ ਪੁੱਛਿਆ ਵੀ ਦੱਸ ਚੋਰੀ ਤੈਂ ਕਰੀ? ਕਹਿੰਦਾ ਜੀ ਹਾਂ ਮੈਂ ਕਰੀ। ਕਿਉਂ ਕਰੀ? ਕਹਿੰਦਾ ਜੀ ਮੈਂ ਬਾਲ ਬੱਚੇ ਦੇ ਤੰਗ ਆ ਗਿਆ, ਪਰਿਵਾਰ ਮੇਰਾ ਭੁੱਖਾ ਮਰਦਾ, ਮੈਂ ਸਾਰੇ ਪਰਿਵਾਰ ਦਾ ਆਗੂ ਸੀ, ਮੈਥੋਂ ਉਹਨਾਂ ਦੀ ਭੁੱਖ ਦੇਖ ਕੇ ਰਿਹਾ ਨਹੀਂ ਗਿਆ। ਇਸ ਦੁੱਖ ਦੇ ਵਿੱਚ ਆ ਕੇ ਮੈਂ ਚੋਰੀ ਕੀਤੀ ਵੀ ਇਹਨਾਂ ਨੂੰ ਕੁਝ ਖਾਣ ਪੀਣ ਨੂੰ ਲਿਆ ਕੇ ਦੇ।
बादशाह कहना अच्छा हाँ। बादशाह ने फांसी का हुक्म लिखता कहना उन्हें चोर नूं फांसी का। उन्हें बथेरियां अपीलां पूलां कीतियां कहना ना सब रद्द करतियां, कोई तेरी अपील नहीं चलू, फांसी चढ़ना पऊ। वो चोर ने आख्या भी हुण नहीं बचदे। जो बादशाह कोई अपील ही नहीं सुनता, कोई मेरे ते रहम तां करदा ही नहीं। कहना जी मैनू सज़ा दो, फांसी तो तोड़ दो। कहना नहीं टुटदी। भाई ਉਹਦੀ ਵੇਖ जे मुकदमे की ਜਿਹੜੀ नकल थी उन्हें किसी वजह के नाल हथ हुथ बन के किसी तो वो लहा ली। ਉਹਦੀ सारी नकल पेज जिन्ने पेज थे सब लहा ले। फिर उन्हें कोई ना कोई बंदा भेजा आपके घर के विचों कहा, सोचा भी आ मेरी मिसल जाके राजा बली दे ला दे पता। बेटा वो मिसल राजा बली दे पता दे विच पहुंच गई। बली जी जदों देखा भी आ मात लोक की फैल इत्थे किवें आ गई पता दे विच, ये की होया। बली ने वही मिसल चक ली। मिसल चक के कला कला कागज कला कला अखर सारी मिसलों पढ़ ली। पढ़ के कहना बली राजा इतना क्रोध होया, कहना उन्हें आपदे सैनिकां नूं कहा भी जाओ तुसीं मात लोक की भूमि ते जिहड़ा वो राजे ने आ चोर नूं सज़ा दित्ती है, ये चोर तां बरी, वो राजे नूं जाके फांसी दे दिओ। जे कोई कमी पेशी पै गई तो तुम भेज दो, इतों मैं होर भेज दूँ कर दूँ तबाह होगा। वो राजा किने बनाता हो, वो जिहदे राज दे विच वो बेचारा भुखा मरदा कही जांदा, रोंदा पिटदा भी मैं भुख दे तोड़े कर बैठा जवाक भुखे थे। अजे भी उन्हें फरियाद नहीं सुनी भी मेरे राज वो राजा है जिहदे राज दे विच इहो जे भुखे फिरदे ने। जाओ उस राजे नूं फांसी लटका दो, उन्होंने बरी कर दो। तो ऐ बेटा वो राजा बली ने आपदे सैनिकां नूं पता चो घल के उस राजा नूं फाहे लवाया, वो चोर नूं बरी। इहो राज हुंदे ने पुत्र। ऐसा कह के दे के राज तिलक तुरब जी आपदे बेटे दे धर के सिर ते हथ कहना साम गद्दी हुण मैं चलिया जंगलां नूं। तुरब जी जंगलां दे विच पहुंच गए। जंगलों के जाके तप लगे करन दोबारे। फिर भगवान ने पार्षदां नूं कहा, कहना जाओ आप भगवान ले जाओ, उन्होंने राजा रानी नूं दोहां नूं वहाओ तो उन्होंने धुरवलोक दे विच लिया। वो भगवान लेके पार्षद धुरव जियां कोले पहुँच गए। कहने भी धुरव सानू परमात्मा ने कलिया, भगवान थोड़े वास्ते दोहां जियां वास्ते, तो चलो हुण थोड़ी इत्थे दी हाज़री थी जिहड़ी वो पूरी हो गई। हुण तुसीं आपदे बैकुंठ नूं सामो, आपदे लोक नूं सामो। उत्थों धुरव जी लैके अपनी रानी नूं उहदे विच बह गई भगवान दे। उत्थों ज्यों चले दोवें जी आके आपदे धुरव लोक दे विच आ गए। जी दी सप्त ऋषि भी परिक्रम्या करन लग गए, सारा तारा मंडल भी लग गया परिक्रम्या करन। धुरव है जिहड़ा उत्थे खड़ा है, होर सारे तारा गण है, सारे खब्बे सज्जे नूं आउंदे ने चल के परिक्रमा करते हैं। ऐ भी श्रोता जनो इन्नी कहनी खिमा दे जाचका प्यार दा सबूत दिओ। वाहिगुरू जी का खालसा, वाहिगुरू जी की फतेह।